ਜਿਹੜਾ ਦਇਆਵਾਨ ਇਨਸਾਨ ਹੋਊਗਾ ਉਹ ਜਤੀ ਵੀ ਹੋਊਗਾ, ਸਤੀ ਵੀ ਹੋਊਗਾ, ਸੰਤੋਖੀ ਵੀ ਹੋਊਗਾ, ਉਹਨੂੰ ਆਪਣੇ ਆਪ ਹੀ ਸੰਤੋਖ ਆ ਜਾਊਗਾ। ਪਰ ਜਿਹੜਾ ਦਇਆ ਦਾ ਮਖੌਟਾ ਪਾ ਕੇ ਚੱਲ ਰਿਹਾ ਹੋਊਗਾ ਉਹ ਕਿਸੇ ਦਾ ਫਾਇਦਾ ਜਾਂ ਕਿਸੇ ਦੀ ਪ੍ਰੋਬਲਮ ਦਾ ਸੋਲਿਊਸ਼ਨ ਕੱਢਣ ਦੇ ਚੱਕਰ ਵਿੱਚ ਉਹਨੂੰ ਐਕਸਪਲੋਇਟ ਵੀ ਕਰ ਸਕਦਾ। ਜਿੰਨੇ ਵੀ ਜਿਹੜੇ ਡੇਰਿਆਂ ਦੇ ਨਾਮ ਆਉਂਦੇ ਆ, ਕੋਈ ਕਦੀ ਕਿਤੇ ਫਸ ਗਿਆ, ਕੋਈ ਕਦੀ ਕਿਤੇ ਫਸ ਗਿਆ, ਉਹਦਾ ਕਾਰਨ ਕੀ ਆ? ਲੋਕ ਉਹਨਾਂ ਵੱਲ ਭੱਜਦੇ ਕਿਉਂ ਆ? ਕਿਉਂਕਿ ਉਹ ਦਇਆ ਦਾ ਇੱਕ ਮਖੌਟਾ ਓੜ ਲੈਂਦੇ ਆ ਕਿ ਦੇਖੋ ਤੁਹਾਨੂੰ ਅਸੀਂ ਮਦਦ ਕਰਦੇ ਹਾਂ, ਹੈ ਨਾ। ਉਹ ਦਇਆ ਸਿਰਫ ਮਖੌਟਾ ਇਸ ਕਰਕੇ ਸੀ ਕਿਉਂਕਿ ਨਾ ਤਾਂ ਉੱਥੇ ਜਤ, ਨਾ ਸਤ, ਨਾ ਸੰਤੋਖ, ਹੈ ਨਾ, ਅਤੇ ਨਾ ਉੱਥੇ ਵਿਵੇਕਤਾ। ਕਿਉਂਕਿ ਜੇ ਵਿਵੇਕ ਹੁੰਦਾ ਤਾਂ ਜਿਹੜੇ ਲੋਕ ਉੱਥੇ ਪਿੱਛੇ ਲੱਗ ਰਹੇ ਸੀਗੇ ਤਾਂ ਉਹੀ ਸੋਚ ਲੈਂਦੇ, ਅਤੇ ਜੇ ਅਗਲੇ ਦੇ ਵਿੱਚ ਵਿਵੇਕ ਹੁੰਦਾ ਤਾਂ ਉਹੀ ਇਹ ਸੋਚ ਲੈਂਦਾ ਕਿ ਮੈਂ ਦਇਆ ਦਾ ਇੱਕ ਪਖੰਡ ਅਡੰਬਰ ਨਹੀਂ ਕਰ ਸਕਦਾ। ਜਦੋਂ ਵੀ ਅਸੀਂ ਗੁਰੂ ਨਾਨਕ ਦੇ ਨਿਯਮਾਂ ਨੂੰ ਫੋਲੋ ਕਰਨਾ, ਸਿੱਖੀ ਦੇ ਨਿਯਮਾਂ ਨੂੰ ਫੋਲੋ ਕਰਨਾ ਤਾਂ ਸਾਨੂੰ ਸਾਰੇ ਇਨ ਟੋਟੈਲਿਟੀ ਦੇਖਣੇ ਪੈਣਗੇ। ਅਸੀਂ ਆਪਣੀ ਮਰਜ਼ੀ ਨਾਲ ਪਿਕ ਐਂਡ ਚੂਜ਼ ਨਹੀਂ ਕਰ ਸਕਦੇ। ਇਹ ਨਹੀਂ ਹੋ ਸਕਦਾ ਕਿ ਵੇਖੋ ਜੀ ਮੈਂ ਦਇਆ ਪੁੰਨ ਬਹੁਤ ਕਰਦਾ, ਮੈਨੂੰ ਬਹੁਤ ਜ਼ਿਆਦਾ ਮੈਂ ਦਾਨ ਕਰਦਾ, ਮੈਨੂੰ ਦਇਆ ਬਹੁਤ ਹੈ ਮੇਰੇ ਅੰਦਰ, ਪਰ ਮੈਂ ਸਤੀ ਵੀ ਨਹੀਂ ਹੈ, ਮੈਂ ਜਤੀ ਵੀ ਨਹੀਂ ਹੈ, ਔਰ ਮੈਨੂੰ ਸੰਤੋਖ ਤਾਂ ਬਿਲਕੁਲ ਹੀ ਨਹੀਂ। ਲੋਕਾਂ ਦਾ ਮੈਂ ਜਿਹੜਾ ਪਰਾਇਆ ਹੱਕ ਆ ਉਹ ਵੀ ਮੈਂ ਮਾਰ ਖਾਈ ਜਾਂਦਾ। ਕਿਉਂਕਿ ਫਿਰ ਉਦੋਂ ਸਮਝ ਲੱਗੂਗੀ ਕਿ ਗੁਰੂ ਨਾਨਕ ਪਾਤਸ਼ਾਹ ਕਿਉਂ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਕਿਰਤ ਕਿਹੜੀ ਪ੍ਰਵਾਨ ਹੋਣੀ ਆ? ਜਿਸ ਦੇ ਨਾਲ ਸੱਚ ਲੱਗਿਆ। ਸਿੱਖ ਧਰਮ ਦੇ ਵਿੱਚ ਸਿੱਖੀ ਦੇ ਰੂਲਸ ਦੇ ਉੱਤੇ ਚੱਲਦਿਆਂ ਉਹੀ ਕਿਰਤ ਪ੍ਰਵਾਨ ਹੈ ਜਿਹੜੀ ਸੱਚ ਦੇ ਨਾਲ ਚੱਲੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਮੈਂ ਕਿਰਨਪ੍ਰੀਤ ਕੌਰ ਬਹੁਤ ਸਵਾਗਤ ਕਰਦੀ ਹਾਂ ਜੀ। ਪਿਛਲੇ ਐਪੀਸੋਡ ਜਿੱਥੇ ਆਪਾਂ ਛੱਡਿਆ ਸੀਗਾ ਕੁਐਸਚਨ ਆਨਸਰਸ ਤੋਂ ਪਹਿਲਾਂ ਮੇਰੇ ਕੋਲ ਹੋਰ ਵੀ ਕੁਝ ਸਵਾਲ ਆਏ ਨੇ, ਉਹਨਾਂ ਦਾ ਜੋ ਉਹਨਾਂ ਨੂੰ ਟੈਕਲ ਆਪਾਂ ਅਗਲੇ ਜਿਹੜੇ ਆਉਣ ਵਾਲੀ ਕੁਐਸਚਨ ਆਨਸਰ ਸੀਰੀਜ਼ ਹੋਊਗੀ ਉਹਦੇ ਵਿੱਚ ਕਰਾਂਗੇ। ਪਰ ਆਪਾਂ ਲੜੀਵਾਰ ਜਿਸ ਤਰੀਕੇ ਨਾਲ ਆਪਾਂ ਚੱਲ ਰਹੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰਕੇ ਚੱਲੇ ਸੀਗੇ, ਔਰ ਉਹਨਾਂ ਨੂੰ ਹੀ ਅਰਦਾਸ ਕੀਤੀ ਸੀ, ਉਹਨਾਂ ਅੱਗੇ ਬੇਨਤੀ ਕੀਤੀ ਸੀ ਕਿ ਜੋ ਉਹਨਾਂ ਨੇ ਨਿਯਮ ਸਾਡੇ ਧਰਮ ਦੇ ਲਈ ਸਾਨੂੰ ਨਿਯਮਬੱਧ ਕੀਤਾ ਉਹ ਨਿਯਮ ਸਾਨੂੰ ਸਮਝਾਉਣ। ਅਤੇ ਜਿੰਨੀ ਕੁ ਆਪਣੀ ਬੁੱਧ ਹੈ, ਜਿੰਨੀ ਕੁ ਆਪਾਂ ਆਪਣੇ ਵਿਵੇਕ ਤੋਂ ਕੰਮ ਲੈ ਕੇ ਗੱਲ ਕਰ ਸਕਦੇ ਹਾਂ, ਉਸ ਦੇ ਅਨੁਸਾਰ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਕਾਲ ਦੇ ਵਿੱਚੋਂ ਉਦਾਹਰਨਾਂ ਲੈ ਕੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਾਤਸ਼ਾਹ ਦੀ ਜੀਵਨ ਕਾਲ ਨੂੰ ਜਦੋਂ ਆਪਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਦੇਖਦੇ ਹਾਂ ਤਾਂ ਸਾਡੇ ਲਈ ਜਿਹੜੇ ਰੂਲਸ ਨੇ ਉਹ ਕਿੱਦਾਂ ਬਣਦੇ ਆ ਰਹੇ ਨੇ, ਉਹ ਸਾਨੂੰ ਕਿੱਦਾਂ ਰੂਲਸ ਦੱਸਦੇ ਆ, ਕਿੱਦਾਂ ਉਹ ਸਾਨੂੰ ਨਿਯਮਬੱਧ ਕਰਦੇ, ਔਰ ਉਹ ਜਿਹੜੇ ਨਿਯਮ ਨੇ ਉਹ ਸਿੱਖਾਂ ਦੇ ਲਈ ਉਹਨਾਂ ਨੂੰ ਮੰਨਣਾ ਹੁਕਮ ਮੰਨਣ ਦੇ ਬਰਾਬਰ ਹੈ। ਉਹ ਹੁਕਮ ਹੈ ਸਾਨੂੰ। ਨਿਯਮ ਕਦੀ ਵੀ ਸਾਡੀ ਆਪਣੇ ਆਧਾਰ 'ਤੇ ਨਹੀਂ ਹੁੰਦੇ ਕਿ ਮੇਰੀ ਆਪਣੀ ਚੋਇਸ ਆ, ਮੈਂ ਮੰਨਾਂ ਜਾਂ ਨਾ ਮੰਨਾਂ। ਇਹੀ ਕਾਰਨ ਹੈ ਕਿ ਮੈਂ ਪਹਿਲਾਂ ਇੱਕ ਵਾਰੀ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਸਿੱਖ ਬਕਾਇਦਾ ਇੱਕ ਧਰਮ ਹੈ, ਸਿੱਖ ਬਕਾਇਦਾ ਇੱਕ ਪੰਥ ਹੈ, ਔਰ ਇਹ ਦੋਨਾਂ ਦਾ ਹੀ ਮਿਸ਼ਰਣ ਸਿੱਖੀ ਹੈ। ਜਦੋਂ ਆਪਾਂ ਇਹ ਕਹਿ ਦਿੰਦੇ ਕਿ ਸਿੱਖ ਤਾਂ ਕੋਈ ਧਰਮ ਹੀ ਨਹੀਂ, ਤਾਂ ਫਿਰ ਇਹਦਾ ਮਤਲਬ ਹੈ ਕਿ ਆਪਾਂ ਇਹ ਕਹਿ ਦਿੰਦੇ ਕਿ ਸਿੱਖ ਜਿਹੜਾ ਨਾ ਉਹ ਕਿਸੇ ਰੂਲਸ ਦੇ ਉੱਤੇ, ਕਿਸੇ ਹੁਕਮ ਦੇ, ਕਿਸੇ ਭਾਣੇ ਦੇ ਵਿੱਚ ਰਹਿਣ ਲਈ ਵਚਨਬੱਧ ਨਹੀਂ ਹੈ। ਪਰ ਐਸਾ ਨਹੀਂ ਆ। ਸਿੱਖੀ ਬਕਾਇਦਾ ਇੱਕ ਧਰਮ ਹੈ, ਇੱਕ ਮਾਰਗ ਹੈ, ਜਿਸ ਮਾਰਗ ਦੇ ਕੁਛ ਨਿਯਮ ਆਧਾਰਿਤ ਨੇ, ਔਰ ਉਹੀ ਨਿਯਮ ਸਾਡੇ ਧਰਮ ਦਾ ਜਿਹੜਾ ਮੁੱਖ ਆਧਾਰ ਹੈ। ਖੈਰ, ਆਪਾਂ ਵਾਪਸ ਆਉਂਦੇ ਹਾਂ ਤਾਂ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਕਾਲ ਦੇ ਵਿੱਚੋਂ ਦੋ ਮੁੱਖ ਜਿਹੜੀਆਂ ਐਗਜ਼ਾਮਪਲਸ ਲਈਆਂ ਸੀ, ਪਹਿਲੀ ਉਹਨਾਂ ਦਾ ਜਿਹੜਾ ਪੰਡਿਤ ਦੇ ਕੋਲੇ ਪੜ੍ਹਨੇ ਜਾਣਾ, ਅਤੇ ਦੂਸਰਾ ਜਿਹੜਾ ਉਹਨਾਂ ਦਾ ਜਨੇਊ ਵਾਲੀ ਜਿਹੜੀ ਰੀਤ ਆ ਉਹਦੇ ਤੋਂ ਮੁਨਕਰ ਹੋਣਾ, ਉਹਨੂੰ ਕਹਿਣਾ ਕਿ ਮੈਂ ਨਹੀਂ ਜਨੇਊ ਧਾਰਨ ਕਰਨਾ। ਤਾਂ ਇਹਦੇ ਵਿੱਚੋਂ ਸਾਡੇ ਕੋਲ ਕੁਛ ਜਿਹੜੇ ਨਿਯਮ ਨਿਕਲ ਕੇ ਆਏ ਸੀ, ਆਪਾਂ ਉਹ ਡਿਸਕਸ ਕੀਤੇ ਸੀਗੇ। ਨਿਯਮ ਸੀ ਪਹਿਲਾ ਤਾਂ ਵਿਵੇਕ ਬੁੱਧੀ, ਕਿ ਅਸੀਂ ਕੋਈ ਵੀ ਚੀਜ਼ ਜਦੋਂ ਸਾਨੂੰ ਦਿੱਤੀ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਆਪਣੀ ਵਿਵੇਕ ਮੱਤ ਦੇ ਉੱਤੇ ਉਸ ਮਹਾਰਾਜ, ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਪਰਖਣਾ ਜ਼ਰੂਰ ਆ। ਬਿਨਾਂ ਪਰਖੇ ਜੇ ਅਸੀਂ ਅੰਨ੍ਹੇਵਾਹ ਕੋਈ ਚੀਜ਼ ਮੰਨ ਲੈਂਦੇ ਹਾਂ, ਚਾਹੇ ਉਹ ਕੋਈ ਵੀ ਹੋਵੇ, ਕੁਛ ਵੀ ਹੋਵੇ, ਤਾਂ ਉਹ ਅੰਧ ਭਗਤੀ ਵਿੱਚ ਆ ਜਾਂਦੀ ਆ। ਔਰ ਅੰਧ ਭਗਤੀ ਦਾ ਸਿੱਖੀ ਦੇ ਸਿਧਾਂਤਾਂ ਦੇ ਨਾਲ ਕੋਈ ਲੈਣ ਦੇਣ ਨਹੀਂ, ਕੋਈ ਵਾਸਤਾ ਨਹੀਂ। ਸੋ ਵਿਵੇਕ ਬੁੱਧੀ ਸਭ ਤੋਂ ਪਹਿਲਾ ਨਿਯਮ ਸੀ, ਜਿਹੜਾ ਕਿ ਉਸ ਨਿਯਮ ਦੇ ਉੱਪਰ ਹੀ ਚੱਲਦੇ ਹੋਏ ਬਾਕੀ ਸਾਰੇ ਨਿਯਮ ਜਿਹੜੇ ਆ ਉਹ ਉਸਰਦੇ ਆ। ਉਹਦਾ ਵਿੱਚੋਂ ਜਿਹੜਾ ਹੁਣ ਉਸ ਤੋਂ ਬਾਅਦ ਜਿਹੜਾ ਉਸ ਵਿਵੇਕਤਾ ਦੇ ਵਿੱਚੋਂ ਨਿਕਲ ਕੇ ਜਿਹੜਾ ਪਹਿਲਾ ਨਿਯਮ ਸਾਡੇ ਕੋਲ ਆਉਂਦਾ ਹੈ, ਉਹ ਆਉਂਦਾ ਆ ਕਿ ਹਰ ਤਰ੍ਹਾਂ ਦੀ ਇਕੁਐਲਿਟੀ, ਚਾਹੇ ਜੈਂਡਰ ਹੋਵੇ, ਚਾਹੇ ਕਲਾਸ ਹੋਏ, ਚਾਹੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਿਸ ਵੀ ਬਾਈਨਰੀਜ਼ ਦੇ ਵਿੱਚ
ਦੁਨੀਆ ਵੰਡੀ ਹੋਈ ਆ, ਉਹਨਾਂ ਬਾਈਨਰੀਜ਼ ਨੂੰ ਤੋੜਨਾ, ਉਸ ਦੀ ਇਕੁਐਲਿਟੀ ਨੂੰ ਮੰਨ ਕੇ ਚੱਲਣਾ, ਉਹ ਸਿੱਖੀ ਦਾ ਪਹਿਲਾ ਸਿਧਾਂਤ ਆ। ਜੇ ਕੋਈ ਕਹਿੰਦਾ ਕਿ ਔਰਤ ਆ ਔਰ ਮਰਦ ਆ, ਇਹਨਾਂ ਦੀਆਂ ਬਾਈਨਰੀਜ਼ ਨੇ, ਤਾਂ ਉਹ ਨਹੀਂ ਹੋ ਸਕਦੀਆਂ। ਸਿੱਖੀ ਜੈਂਡਰ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਦੀ ਔਰ ਉਹਨਾਂ ਦੀ ਕਿਸੇ ਤਰੀਕੇ ਨਾਲ ਵੀ ਕੋਈ ਇੱਕ ਉੱਚਾ ਇੱਕ ਨੀਵਾਂ ਐਸੀ ਕੋਈ ਬਾਊਂਡਰੀ ਐਗਜ਼ਿਸਟ ਨਹੀਂ ਕਰਦੀ। ਦੂਸਰਾ ਜਿਹੜਾ ਨਿਯਮ ਸੀ ਉਹ ਸੀਗਾ ਸਾਡੇ ਕੋਲ ਦਇਆ, ਸੰਤੋਖ, ਜਤ, ਸੱਤ। ਇਹ ਸਾਡੇ ਕੋਲ ਅਸੀਂ ਇੱਥੋਂ ਤੱਕ ਆਪਣਾ ਡਿਸਕਸ਼ਨ ਕਰ ਚੁੱਕੇ ਹਾਂ। ਹੁਣ ਇੱਕ ਗੱਲ ਜਿਹੜੀ ਜਿੱਥੇ ਮੈਂ ਪਿਛਲਾ ਐਪੀਸੋਡ ਰੋਕਿਆ ਸੀ, ਛੱਡਿਆ ਸੀ, ਉਹ ਇਹ ਸੀ ਕਿ ਸਾਨੂੰ ਇਹ ਜਿੰਨੀਆਂ ਵੀ ਆਪਾਂ ਨਿਯਮ ਦੇਖ ਰਹੇ ਹਾਂ ਨਾ, ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਟੋਟੈਲਿਟੀ ਦੇ ਵਿੱਚ ਅਪਣਾਉਣ ਨੂੰ ਕਹਿੰਦੇ ਆ। ਇੱਦਾਂ ਨਹੀਂ ਹੋ ਸਕਦਾ ਕਿ ਮੈਂ ਦਇਆ ਤਾਂ ਅਪਣਾ ਲਵਾਂ ਪਰ ਮੈਂ ਜਤ, ਸੱਤ ਔਰ ਸੰਤੋਖ ਨੂੰ ਛੱਡ ਦਿਆਂ, ਤਿਆਗ ਦਿਆਂ। ਕਿਉਂਕਿ ਅਗਰ ਇਸ ਤਰ੍ਹਾਂ ਹੋਊਗਾ ਤਾਂ ਮੈਂ ਦਇਆ ਨੂੰ ਕਰਮ ਕਾਂਡ ਦੇ ਹਿਸਾਬ ਨਾਲ ਦੇਖਣ ਲੱਗ ਜੂੰਗੀ। ਉਹ ਕਿੱਦਾਂ? ਕਿਸੇ ਦੇ ਅੰਦਰ ਕੋਈ ਕਿਸੇ ਨੇ ਆਪਣੇ ਆਪ ਨੂੰ, ਕਿਉਂਕਿ ਉਹ ਮੁਖੌਟੇ ਹੋ ਜਾਂਦੇ ਆ। ਜਿਹੜਾ ਦਇਆਵਾਨ ਇਨਸਾਨ ਹੋਊਗਾ ਉਹ ਜਤੀ ਵੀ ਹੋਊਗਾ, ਸਤੀ ਵੀ ਹੋਊਗਾ, ਸੰਤੋਖੀ ਵੀ ਹੋਊਗਾ, ਉਹਨੂੰ ਆਪਣੇ ਆਪ ਹੀ ਸੰਤੋਖ ਆ ਜਾਊਗਾ। ਪਰ ਜਿਹੜਾ ਦਇਆ ਦਾ ਮੁਖੌਟਾ ਪਾ ਕੇ ਚੱਲ ਰਿਹਾ ਹੋਊਗਾ, ਉਹ ਕਿਸੇ ਦਾ ਫਾਇਦਾ ਜਾਂ ਕਿਸੇ ਦੀ ਪ੍ਰੋਬਲਮ ਦਾ ਸੋਲਿਊਸ਼ਨ ਕੱਢਣ ਦੇ ਚੱਕਰ ਵਿੱਚ ਉਹਨੂੰ ਐਕਸਪਲੋਇਟ ਵੀ ਕਰ ਸਕਦਾ, ਜੋ ਕਿ ਸਾਡੇ ਸਮਾਜ ਵਿੱਚ ਹੁੰਦਾ ਆ। ਜਿੰਨੇ ਵੀ ਜਿਹੜੇ ਡੇਰਿਆਂ ਦੇ ਨਾਮ ਆਉਂਦੇ ਆ, ਕੋਈ ਕਦੀ ਕਿਤੇ ਫਸ ਗਿਆ, ਕੋਈ ਕਦੀ ਕਿਤੇ ਫਸ ਗਿਆ, ਉਹਦਾ ਕਾਰਨ ਕੀ ਆ? ਲੋਕ ਉਹਨਾਂ ਵੱਲ ਭੱਜਦੇ ਕਿਉਂ ਆ? ਕਿਉਂਕਿ ਉਹ ਦਇਆ ਦਾ ਇੱਕ ਮੁਖੌਟਾ ਓੜ ਲੈਂਦੇ ਆ ਕਿ ਦੇਖੋ ਤੁਹਾਨੂੰ ਅਸੀਂ ਮਦਦ ਕਰਦੇ ਹਾਂ, ਹੈ ਨਾ। ਬਹੁਤ ਵੱਡਾ ਡੇਰਾ ਜਿਹੜਾ ਸਿਰਸੇ ਵਿੱਚ ਜਿਹੜਾ ਹੁਣ ਉਹਦਾ ਮੁਖੀ ਫਸਿਆ ਆ, ਉਹਦਾ ਕਾਰਨ ਅਗਰ ਆਪਾਂ ਉਹਨੂੰ ਸਟਰਕਚਰ ਨੂੰ ਦੇਖੀਏ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਕਿ ਪਹਿਲਾਂ ਉਹਨਾਂ ਨੇ ਉਹ ਇੱਕ ਆਮ ਵਿਚਾਰੇ ਜਿਹੜੇ ਗਰੀਬ ਲੋਕ ਸੀ, ਉਹਨਾਂ ਨੂੰ ਮਦਦ ਕਰਨ ਦੇ ਝਾਂਸੇ ਦੇ ਕੇ ਔਰ ਉਹਨਾਂ ਦੀ ਮਦਦ ਕੀਤੀ। ਸੋ ਦਇਆ ਦਾ ਇੱਕ ਮੁਖੌਟਾ ਓੜਿਆ। ਹੁਣ ਕਿਉਂਕਿ ਉਹ ਦਇਆ ਸਿਰਫ ਮੁਖੌਟਾ ਇਸ ਕਰਕੇ ਸੀ ਕਿਉਂਕਿ ਨਾ ਤਾਂ ਉੱਥੇ ਜਤ, ਨਾ ਸੱਤ, ਨਾ ਸੰਤੋਖ, ਹੈ ਨਾ, ਅਤੇ ਨਾ ਉੱਥੇ ਵਿਵੇਕਤਾ। ਕਿਉਂਕਿ ਜੇ ਵਿਵੇਕ ਹੁੰਦਾ ਤਾਂ ਜਿਹੜੇ ਲੋਕ ਉੱਥੇ ਪਿੱਛੇ ਲੱਗ ਰਹੇ ਸੀਗੇ ਤਾਂ ਉਹੀ ਸੋਚ ਲੈਂਦੇ, ਅਤੇ ਜੇ ਅਗਲੇ ਦੇ ਵਿੱਚ ਵਿਵੇਕ ਹੁੰਦਾ ਤਾਂ ਉਹੀ ਇਹ ਸੋਚ ਲੈਂਦਾ ਕਿ ਮੈਂ ਮੈਂ ਦਇਆ ਦਾ ਇੱਕ ਪਖੰਡ ਅਡੰਬਰ ਨਹੀਂ ਕਰ ਸਕਦਾ। ਪਰ ਇਹ ਸਾਰੀਆਂ ਚੀਜ਼ਾਂ ਮਿਸਿੰਗ ਸੀਗੀਆਂ, ਉਹ ਸਿਰਫ ਇੱਕ ਮੁਖੌਟਾ ਹੋ ਗਿਆ। ਸੋ ਜਦੋਂ ਵੀ ਆਪਾਂ ਇਹਨਾਂ ਸਾਰੇ ਜਿਹੜੇ ਨਿਯਮ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਨੇ, ਉਹ ਇਹਨਾਂ ਸਾਰੇ ਨਿਯਮਾਂ ਨੂੰ ਇੱਕ ਧਾਗੇ 'ਚ ਵੀ ਪਰੋਂਦੇ ਨੇ। ਜਿਹੜੇ ਜਨੇਊ ਦੀ ਆਪਾਂ ਗੱਲ ਕੀਤੀ ਸੀਗੀ, ਅਤੇ ਉਹ ਕਿ ਗੁਰੂ ਮਹਾਰਾਜ ਨੂੰ ਉਹਨਾਂ ਨੇ ਕਿਹਾ ਕਿ ਜਨੇਊ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਇਹੋ ਜਿਹਾ ਜਨੇਊ ਹੈ ਜਿਹੜਾ ਇਹਨਾਂ ਸਾਰੀਆਂ ਕੁਆਲਿਟੀਜ਼ ਨੂੰ ਇੱਕੋ ਧਾਗੇ ਦੇ ਵਿੱਚ ਲਪੇਟ ਸਕੇ ਤਾਂ ਮੈਨੂੰ ਦੇ। ਔਰ ਉਹ ਪੰਡਿਤ ਕੋਲੇ ਪੋਸੀਬਲ ਨਹੀਂ ਸੀਗਾ, ਉਸ ਪੰਡਿਤ ਕੋਲੇ ਪੋਸੀਬਲ ਨਹੀਂ ਸੀਗਾ। ਤਾਂ ਇਸ ਕਰਕੇ ਫਿਰ ਜਦੋਂ ਇਹ ਆਪਾਂ ਅਗਰ ਨੂੰ ਦੇਖਾਂਗੇ ਤਾਂ ਜਦੋਂ ਵੀ ਅਸੀਂ ਗੁਰੂ ਨਾਨਕ ਦੇ ਨਿਯਮਾਂ ਨੂੰ ਫੋਲੋ ਕਰਨਾ, ਸਿੱਖੀ ਦੇ ਨਿਯਮਾਂ ਨੂੰ ਫੋਲੋ ਕਰਨਾ, ਤਾਂ ਸਾਨੂੰ ਸਾਰੇ ਇਨ ਟੋਟੈਲਿਟੀ ਦੇਖਣੇ ਪੈਣਗੇ। ਅਸੀਂ ਆਪਣੀ ਮਰਜ਼ੀ ਨਾਲ ਪਿਕ ਐਂਡ ਚੂਜ਼ ਨਹੀਂ ਕਰ ਸਕਦੇ। ਇਹ ਨਹੀਂ ਹੋ ਸਕਦਾ ਕਿ ਵੇਖੋ ਜੀ ਮੈਂ ਦਇਆ ਪੁੰਨ ਬਹੁਤ ਕਰਦਾ, ਮੈਨੂੰ ਬਹੁਤ ਜ਼ਿਆਦਾ ਮੈਂ ਦਾਨ ਕਰਦਾ, ਮੈਨੂੰ ਦਇਆ ਬਹੁਤ ਹੈ ਮੇਰੇ ਅੰਦਰ, ਪਰ ਮੈਂ ਸਤੀ ਵੀ ਨਹੀਂ ਹੈ, ਮੈਂ ਜਤੀ ਵੀ ਨਹੀਂ ਹੈ, ਔਰ ਮੈਨੂੰ ਸੰਤੋਖ ਤਾਂ ਬਿਲਕੁਲ ਹੀ ਨਹੀਂ। ਲੋਕਾਂ ਦਾ ਮੈਂ ਜਿਹੜਾ ਪਰਾਇਆ ਹੱਕ ਆ ਉਹ ਵੀ ਮੈਂ ਮਾਰ ਖਾਈ ਜਾਂਦਾ। ਕਿਉਂਕਿ ਫਿਰ ਉਦੋਂ ਸਮਝ ਲੱਗੂਗੀ ਕਿ ਗੁਰੂ ਨਾਨਕ ਪਾਤਸ਼ਾਹ ਕਿਉਂ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਕਿ ਜਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਸੂਅਰ ਹਰਾਮ ਹੈ ਔਰ ਹਿੰਦੂਆਂ ਨੂੰ ਗਾਂ ਖਾਣੀ ਹਰਾਮ ਹੈ, ਜੇ ਤੁਸੀਂ ਕਿਸੇ ਦਾ ਪਰਾਇਆ ਹੱਕ ਮਾਰ ਕੇ ਖਾ ਜਾਂਦੇ ਆ ਨਾ, ਤਾਂ ਉਹ ਖਾ ਲੈਣ ਦੇ ਬਰਾਬਰ ਹੀ ਹੈ। ਤਾਂ ਇਸ ਚੀਜ਼ ਨੂੰ ਉਹ ਹੁਣ ਜਿਹੜਾ ਪਰਾਏ ਹੱਕ ਦੀ ਗੱਲ ਆਉਂਦੀ ਆ, ਉਹ ਕਦੋਂ ਆਊਗਾ? ਜਦੋਂ ਸਾਡੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕ ਟੋਟੈਲਿਟੀ ਦੇ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਤ, ਸਤ, ਸੰਜਮ, ਸੱਚ ਸੁਚੀਤ, ਨਾਨਕ ਜੋਗੀ ਤ੍ਰਿਭਵਨ ਮੀਤ। ਜਿਸ ਦੇ ਵਿੱਚ ਸਾਰੀਆਂ ਖੂਬੀਆਂ ਨੇ, ਸਿਰਫ ਉਹੀ ਇੱਕ ਤ੍ਰਿਭਵਨ ਦਾ ਮੀਤ ਹੋ ਸਕਦਾ, ਬਾਕੀ ਸਭ ਆਡੰਬਰ ਨੇ। ਸੋ ਅੱਜ ਜਿਹੜਾ ਆਪਾਂ ਕੰਮ ਕਰਨਾ, ਇੱਥੋਂ ਤੱਕ ਤਾਂ ਆਪਾਂ ਗੱਲ ਕਰ ਚੁੱਕੇ ਸੀ। ਜੋ ਅੱਜ ਆਪਾਂ ਡਿਸਕਸ਼ਨ ਕਰਨੀ ਆ ਉਹ ਗੁਰੂ ਨਾਨਕ ਮਹਾਰਾਜ ਦੇ ਹੀ, ਪਾਤਸ਼ਾਹ ਦੇ ਹੀ ਜਿਹੜੀ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਇੱਕ ਐਗਜ਼ਾਮਪਲ ਹੋਰ ਲੈ ਕੇ ਆਪਾਂ ਇੱਕ ਰੂਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਹ ਨਿਯਮ ਹੈ ਕਿਰਤ ਦਾ। ਹੁਣ ਕਿਰਤ ਦੀ ਮਹੱਤਵ ਜਿਹੜਾ ਹੈ ਉਹ ਸਿੱਖੀ ਸਿਧਾਂਤਾਂ ਦੇ ਵਿੱਚ ਬਹੁਤ ਜ਼ਿਆਦਾ, ਔਰ ਅਕਸਰ ਹੀ ਆਪਾਂ ਇਹ ਗੱਲ ਕਹਿੰਦੇ ਹਾਂ ਕਿ 3 ਪਿਲਰਸ ਨੇ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ, ਔਰ ਇਸੇ ਨੂੰ ਹੀ ਅਸੀਂ ਬਹੁਤ ਜ਼ਿਆਦਾ ਪ੍ਰਚਾਰਿਆ ਵੀ ਹੈ। ਪਰ ਹੁਣ ਗੱਲ ਇੱਥੇ ਇਹ ਆਉਂਦੀ ਆ ਕਿ ਇਹ ਸਮਝੀਏ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਔਰ ਉਹਨਾਂ ਨੂੰ ਪੁੱਛੀਏ ਕਿ ਕਿਰਤ ਹੋਈ ਕੀ?
ਕਿਸ ਚੀਜ਼ ਨੂੰ ਆਪਾਂ ਕਿਰਤ ਕਹਾਂਗੇ ਔਰ ਕਿਸ ਨੂੰ ਆਪਾਂ ਕਿਰਤ ਨਹੀਂ ਕਹਾਂਗੇ। ਕਿਉਂਕਿ ਜਿਸ ਤਰੀਕੇ ਨਾਲ ਆਪਾਂ ਇਹਦਾ ਪ੍ਰਚਾਰ ਸੁਣਦੇ ਹਾਂ, ਆਪਾਂ ਬਾਰ-ਬਾਰ ਇੱਕ ਗੱਲ ਆਉਂਦੀ ਕਿਰਤ ਆਪਾਂ ਕਹਿੰਦੇ ਕਿਰਤ ਅਤੇ ਕਿਰਤੀ ਨੂੰ ਆਪਾਂ ਰਲਾ ਲਿਆ। ਔਰ ਕਿਰਤੀ ਦਾ ਜਿਹੜਾ ਮਤਲਬ ਆ ਉਹ ਅਸੀਂ ਸਿਰਫ ਉਹ ਲੋਕ ਲੈ ਕੇ ਚੱਲਦੇ ਹਾਂ ਜਿਹੜੇ ਹੱਥੀਂ ਕੰਮ ਕਰਦੇ ਆ। ਹੱਥੀਂ ਕੰਮ ਹੁਣ ਕਰਨ ਦਾ ਮਤਲਬ ਕੀ ਹੋਇਆ? ਜਿਹੜੇ ਸਿਰਫ ਮਜ਼ਦੂਰੀ ਕਰਦੇ ਆ ਜਾਂ ਜਿਹੜੇ ਸਿਰਫ ਹਲ ਵਾਹੁੰਦੇ ਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ 'ਚੋਂ ਆਪਾਂ ਲੈਣੀ ਹੈ ਨਾ ਐਗਜ਼ਾਮਪਲ, ਤਾਂ ਉਹਨਾਂ ਨੇ ਮੋਦੀਖਾਨੇ ਵਿੱਚ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹਲ ਵੀ ਜਿਹੜਾ ਹੈ ਉਹ ਵਾਹਿਆ। ਤਾਂ ਇੱਥੋਂ ਇਹਨਾਂ 'ਤੇ ਪਤਾ ਲੱਗ ਗਿਆ ਕਿ ਕਿਰਤ ਕਰਕੇ ਹੀ ਜਿਹੜੀ ਰੋਟੀ ਆ ਉਹ ਖਾਧੀ ਜਾ ਸਕਦੀ ਆ ਔਰ ਗੁਰੂ ਨਾਨਕ ਪਾਤਸ਼ਾਹ ਦਾ ਨਿਯਮ ਸਾਡੇ ਕੋਲ ਦ੍ਰਿੜ ਹੋ ਗਿਆ। ਪਰ ਸਾਨੂੰ ਸਮਝਣਾ ਜ਼ਰੂਰੀ ਆ ਕਿ ਉਹ ਕਿਰਤ ਕਹਿੰਦੇ ਕਿਹਨੂੰ ਆ। ਕਿਆ ਜਿਹੜੀ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਰਤ ਪ੍ਰਵਾਨ ਹੈ ਉਹ ਸਿਰਫ ਉਹਨਾਂ ਲੋਕਾਂ ਦੀ ਪ੍ਰਵਾਨ ਆ ਜੋ ਮਜ਼ਦੂਰੀ ਕਰਦੇ ਆ ਜਾਂ ਖੇਤਾਂ ਦੇ ਵਿੱਚ? ਅਗਰ ਹਾਂ, ਤਾਂ ਫਿਰ ਉਹ ਲੋਕ, ਉਹਨਾਂ ਦੀ ਕਿਰਤ ਕਿੱਥੇ ਜਾਊਗੀ ਜਿਹੜੇ ਸ਼ਾਇਦ ਕਿਸੇ ਸਕੂਲ ਦੇ ਵਿੱਚ ਟੀਚਰ ਹੋਣ, ਜਿਹੜੇ ਹੱਥੀਂ ਕੋਈ ਕੰਮ ਨਹੀਂ ਕਰ ਰਹੇ ਪਰ ਉਹ ਆਪਣੀ ਰੋਜ਼ੀ ਰੋਟੀ ਦਾ ਕਮਾ ਰਹੇ ਆ, ਜਾਂ ਸ਼ਾਇਦ ਉਹ ਪੜ੍ਹਾਉਣ ਵੀ ਨਾ ਜਾਂਦੇ ਹੋਣ, ਉਹ ਸਿਰਫ ਫਿਲੋਸਫਰ ਹੋਣ ਜਾਂ ਉਹ ਸਿਰਫ ਪੋਇਟ ਹੋਣ ਔਰ ਸਿਰਫ ਕਵਿਤਾਵਾਂ ਲਿਖਦੇ ਹੋਣ ਔਰ ਉਹਦੇ ਤੋਂ ਹੀ ਉਹਨਾਂ ਨੂੰ ਆਪਣੀਆਂ ਕਿਤਾਬਾਂ ਤੋਂ ਰਾਇਲਟੀ ਮਿਲਦੀ ਹੋਵੇ, ਇਸ ਤਰੀਕੇ ਨਾਲ ਆਪਣੀ ਉਹ ਰੋਟੀ ਕਮਾ ਰਹੇ ਹੋਣ। ਪਰ ਕਿਆ ਜਿਹੜੀ ਆਪਾਂ ਕਿਰਤ ਦੀ ਜੋ ਅੱਜ ਆਪਾਂ ਡੈਫੀਨੇਸ਼ਨ ਸਮਝ ਕੇ ਬੈਠੇ ਹਾਂ, ਜਿਹਦੇ ਕਰਕੇ ਅਸੀਂ ਵਰਗੀਕਰਨ ਕਰ ਲਿਆ ਕਿ ਆਹ ਠੀਕ ਆ, ਆਹ ਗਲਤ ਆ, ਕਿਆ ਉਹ ਗੁਰੂ ਨਾਨਕ ਦੇ ਘਰ ਦੀ ਕਿਰਤ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਸੇ ਡੈਫੀਨੇਸ਼ਨ ਦੇ ਆਧਾਰ ਦੇ ਉੱਤੇ ਆ? ਇਹਨੂੰ ਅਸੀਂ ਨਾਲ ਅੱਜ ਕੱਲ੍ਹ ਜਿਹੜਾ ਉਹ ਇੱਕ, ਮੈਂ ਉਹਨੂੰ ਸੀਡੋ ਮਾਰਕਸਿਸਟ ਕਹਿੰਦੀ ਹੁੰਦੀ ਹਾਂ, ਯਾਨੀ ਕਿ ਜਿਨ੍ਹਾਂ ਨੇ ਕਦੀ ਮਾਰਕਸ ਨੂੰ ਪੜ੍ਹਿਆ ਹੈ ਨਹੀਂ, ਸਿਰਫ ਉਹਨਾਂ ਨੇ ਕਈਆਂ ਕਹਾਈਆਂ ਗੱਲਾਂ ਦੇ ਉੱਤੇ ਹੀ ਮਾਰਕਸ ਨੂੰ ਅੱਗੇ ਦੇਖਣਾ ਸ਼ੁਰੂ ਕਰ ਦਿੱਤਾ ਔਰ ਉਹਦੇ ਉੱਤੇ ਹੀ ਉਹਨਾਂ ਨੇ ਆਪਣੇ ਥਿਊਰੀਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਰਤੀਆਂ ਦੇ ਘਰ ਜਿਹੜੇ ਹੁੰਦੇ ਆ, ਗੁਰੂ ਨਾਨਕ ਦਾ ਘਰ ਤਾਂ ਕਿਰਤੀਆਂ ਨਾਲ ਜੋੜਦਾ। ਕਿਰਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਰਤੀ ਹੈ ਕੌਣ ਆ। ਤੋ ਇਸ ਕਰਕੇ ਸਾਨੂੰ ਇਹ ਦੇਖਣਾ ਪਊਗਾ ਕਿ ਅਗਰ ਗੁਰੂ ਨਾਨਕ ਸਿਰਫ ਮਜ਼ਦੂਰਾਂ ਨੂੰ ਜਾਂ ਸਿਰਫ ਕਿਸਾਨਾਂ ਨੂੰ ਜਾਂ ਸਿਰਫ ਜਿਹੜੇ ਲੋਕ ਮਿੱਟੀ ਨਾਲ ਮਿੱਟੀ ਹੁੰਦੇ ਆ ਉਹਨਾਂ ਨੂੰ ਹੀ ਕਿਰਤੀ ਸਮਝਦੇ, ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਜਿਹੜੇ ਕਵੀ ਸੀ, 52 ਕਵੀ ਸੀ, ਉਹ ਨਹੀਂ ਸੀ ਹੋਣੇ। ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਵੀ ਜਾ ਕੇ ਮਿੱਟੀ ਨਾਲ ਮਿੱਟੀ ਹੋਵੋ। ਮੇਰਾ ਇੱਥੇ ਇਹ ਕਹਿਣ ਦਾ ਮਤਲਬ ਬਿਲਕੁਲ ਵੀ ਨਹੀਂ ਆ ਕਿ ਮਿੱਟੀ ਨਾਲ ਮਿੱਟੀ ਹੋਣਾ ਗਲਤ ਆ, ਕਿਉਂਕਿ ਬਕਾਇਦਾ ਜਦੋਂ ਤੁਸੀਂ ਮਿੱਟੀ ਦੇ ਵਿੱਚੋਂ ਅਨਾਜ ਉਗਾਉਂਦੇ ਆ ਜਾਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੰਮ ਕਰਦੇ ਆ, ਦਿਮਾਗੀ ਕੰਮ ਵੀ ਕਰਦੇ ਆ, ਉਹ ਵੀ ਤੁਹਾਡੀ ਕਿਰਤ ਵਿੱਚ ਸ਼ਾਮਲ ਆ। ਉਹਦਾ ਕਾਰਨ ਕੀ ਆ? ਆਪਾਂ ਮੇਰੇ ਔਰ ਆਪਣੀ ਡੈਫੀਨੇਸ਼ਨ ਤੋਂ ਬਾਹਰ ਨਿਕਲ ਕੇ ਆਪਾਂ ਗੁਰੂ ਮਹਾਰਾਜ ਦੇ ਕੋਲ ਚੱਲਦੇ ਹਾਂ। ਬਕਾਇਦਾ ਆਪਾਂ ਭਾਈ ਗੁਰਦਾਸ ਨੂੰ ਪੁੱਛਦੇ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਵਾਰਾਂ ਆ ਉਹ ਮੰਨਿਆ ਜਾਂਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਹੈ। ਤਾਂ ਇਸ ਕਰਕੇ ਉਹਨਾਂ ਵਾਰਾਂ ਦੇ ਵਿੱਚੋਂ ਪੁੱਛਦੇ ਹਾਂ ਕਿ ਕਿਰਤੀ ਕੌਣ ਹੋਇਆ? ਕਿਆ ਕੋਈ ਕੰਮ ਵੱਡਾ ਜਾਂ ਛੋਟਾ ਹੋ ਸਕਦਾ? ਕਿਆ ਸਿਰਫ ਇਸ ਕਰਕੇ ਕਿ ਭਾਈ ਲਾਲੋ ਦੀ ਜਿਹੜੀ ਜਦੋਂ ਆਪਾਂ ਇਹਨੂੰ ਇਸ ਸਾਖੀ ਨਾਲ ਜੋੜ ਲੈਂਦੇ ਹਾਂ ਕਿ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਬਕਾਇਦਾ ਦੁੱਧ ਨਿਕਲਦਾ ਔਰ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਨਿਕਲਦਾ, ਭਾਈ ਲਾਲੋ ਦੀ ਰੋਟੀ 'ਚੋਂ ਜਿਹੜਾ ਦੁੱਧ ਨਿਕਲਦਾ, ਉਹਦਾ ਮਤਲਬ ਕੀ ਆ ਕਿ ਉਹ ਕਿਰਤ ਕਮਾਈ ਦੀ ਰੋਟੀ ਸੀ। ਮਲਕ ਭਾਗੋ ਉਹਨਾਂ ਨੂੰ ਬੜੇ ਪਿਆਰ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਬੁਲਾਉਂਦਾ, ਬਾਰ-ਬਾਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਓ, ਆਪਣੇ ਵੱਲੋਂ ਪੂਰੀ ਤਿਆਰੀ ਵੀ ਕਰਦਾ, ਪਰ ਉਹ ਪ੍ਰਵਾਨ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਉੱਥੇ ਨਹੀਂ ਜਾਂਦੇ। ਪਰ ਉਸ ਤੋਂ ਬਾਅਦ ਜਦੋਂ ਉਹੀ ਮਲਕ ਭਾਗੋ ਨੂੰ, ਹੁਣ ਤੁਸੀਂ ਇਹਨੂੰ ਉਹ ਇੱਕ ਸਰੀਰਾਂ ਦੇ ਵਿੱਚੋਂ ਆਪਾਂ ਬਾਹਰ ਨਿਕਲ ਕੇ ਸਿਰਫ ਇੱਕ ਕੌਨਸ਼ੀਅਸ ਲੈਵਲ ਦੇ ਉੱਤੇ ਜਾ ਕੇ ਦੇਖੀਏ ਕਿ ਮਲਕ ਭਾਗੋ ਸਿਰਫ ਅਮੀਰ ਸੀ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਹੀਂ ਗਏ, ਐਸਾ ਨਹੀਂ ਸੀ। ਕਿਉਂਕਿ ਜੇਕਰ ਸਿਰਫ ਅਮੀਰ ਹੋਣ ਦੇ ਕਰਕੇ ਉਹਨੂੰ ਇਹੋ ਜਿਹੀ ਪ੍ਰੋਬਲਮ ਜਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਦੀ ਜਿਹੜੀ ਉਹਦਾ ਸ਼ਰਧਾ ਉਹ ਸਵੀਕਾਰ ਨਾ ਹੋਣੀ ਹੁੰਦੀ, ਤਾਂ ਫਿਰ ਦੀਵਾਨ ਟੋਡਰਮਲ ਦੀ ਸ਼ਰਧਾ ਵੀ ਸਵੀਕਾਰ ਨਹੀਂ ਸੀ ਹੋਣੀ। ਪਰ ਜਦ ਤੱਕ ਉਹ ਮਲਕ ਭਾਗੋ ਦੀ ਜਿਹੜੀ ਉਹ ਕੌਨਸ਼ੀਅਸ ਹੈ ਉਹ ਦੀਵਾਨ ਟੋਡਰਮਲ ਵਾਲੀ ਕੌਨਸ਼ੀਅਸ ਨਹੀਂ ਹੋ ਜਾਂਦੀ, ਤਦ ਤੱਕ ਉੱਥੋਂ ਤੱਕ ਜਾ ਕੇ ਜਿਹੜੀ ਹੈ ਉਹਦੀ ਸੇਵਾ ਪ੍ਰਵਾਨ ਨਹੀਂ ਹੁੰਦੀ। ਸੋ ਕਿਸੇ ਵੀ ਮਲਕ ਭਾਗੋ ਨੂੰ ਅਗਰ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਨਾ ਹੈ ਤਾਂ ਉਹਨੂੰ ਦੀਵਾਨ ਟੋਡਰਮਲ ਹੋਣਾ ਪਊਗਾ, ਅਗਰ ਉਹ ਆਪਣੇ ਆਪ ਨੂੰ ਅਮੀਰ, ਪੈਸਿਆਂ ਪੱਖੋਂ ਅਮੀਰ ਸਮਝ ਕੇ ਚੱਲਦਾ। ਤੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਅਮੀਰੀ ਅਤੇ ਗਰੀਬੀ, ਪੈਸੇ ਦਾ ਮਸਲਾ ਹੈ ਨਹੀਂ। ਕਿਸੇ ਵੀ ਕਿਰਤ ਨੂੰ ਨਾ ਉਹ ਉੱਚਾ ਅਤੇ ਨਾ ਉਹ ਨੀਵਾਂ ਮੰਨਦੇ ਨੇ। ਇਸੇ ਚੀਜ਼ ਨੂੰ ਆਪਾਂ ਜਦੋਂ ਭਾਈ ਗੁਰਦਾਸ ਨੂੰ ਪੁੱਛਾਂਗੇ ਤਾਂ ਉਹ ਸਾਨੂੰ ਦੱਸਦੇ ਨੇ, ਉਹਨਾਂ ਦੀ ਵਾਰਾਂ ਦੇ ਵਿੱਚ ਸਾਡੇ ਕੋਲ ਆ ਜਾਂਦਾ। ਭਾਈ ਗੁਰਦਾਸ ਦੀ ਵਾਰ ਨੰਬਰ 5 ਹੈ, ਉਹ ਕਹਿੰਦੇ ਨੇ, ਕੋਈ ਪੰਡਿਤ ਜੋਤ ਕੀ, ਕੋ ਪਾਦਾ ਕੋ ਵੈਦ ਸਦਾਏ, ਕੋਈ ਰਾਜਾ ਰਾਓ ਕੋ ਮਹਤਾ
चौधरी अखाए, कोई बजाज सराफ को जोहरी जड़ाए, पासारी परचूनियाँ, कोई दलाली किरस कमाए, जात सनात सहंस लख, किरत विरत कर नाव बनाए। ਹੁਣ ਉਹ ਇਹਦੇ ਵਿੱਚ ਸਾਰਾ ਕੁਝ ਦੱਸਦੇ ਨੇ ਕਿ ਕੋਈ ਆਪਣੇ ਆਪ ਨੂੰ ਪੰਡਿਤ ਕਹਿੰਦਾ, ਕੋਈ ਪਾਂਧਾ ਕਹਿੰਦਾ, ਕੋਈ ਵੈਦ ਕਹਿੰਦਾ, ਕਿਸੇ ਦਾ ਕੋਈ ਕੰਮ ਹੈ, ਕੋਈ ਰਾਜਾ ਆ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਛ ਲੋਕਾਂ ਦੀ ਜਾਤਾਂ ਦੇ ਜਿਹੜਾ ਕੰਮਾਂ ਦੇ ਆਧਾਰ ਦੇ ਉੱਤੇ ਹੀ ਉਹਨਾਂ ਦੀਆਂ ਜਾਤਾਂ ਦੇ ਨਾਮ ਵੀ ਪੈ ਗਏ। ਪਰ ਉਹ ਕਹਿੰਦੇ ਕਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚੋਂ ਇਹਨਾਂ ਦਾ ਇਹ ਤੁਹਾਨੂੰ ਗੁਰੂ ਦੇ ਨਾਲ ਜਾਂ ਇਹ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਨ ਦੇ ਲਈ ਕਾਬਲ ਹੈ? ਨਾ ਤਾਂ ਤੁਸੀਂ ਪੰਡਿਤ ਹੋ ਕੇ ਪਰਮਾਤਮਾ ਦੇ ਨਾਲ ਜੁੜ ਸਕਦੇ ਆ, ਨਾ ਤੁਸੀਂ ਵੈਦ ਹੋ ਕੇ। ਇਹ ਸਾਰੇ ਜਿਹੜੇ ਸਿਰਫ ਕਿੱਤੇ ਨੇ, ਚਾਹੇ ਤੁਹਾਡੀ ਜਾਤ ਦਾ ਨਾਮ ਹੀ ਉਸ ਕਿੱਤੇ ਦੇ ਉੱਤੇ ਪੈ ਗਿਆ, ਪਰ ਉਹ ਸਿਰਫ ਕਿੱਤੇ ਨੇ। ਉਹਨਾਂ ਨੂੰ ਜਾਤਾਂ ਦੇ ਨਾਲ ਮੰਨ ਕੇ ਔਰ ਫਿਰ ਉਹਨੂੰ ਇਸ ਚੀਜ਼ ਦੇ ਸਮਝ ਲੈਣਾ ਕਿ ਉਹ ਪੰਡਿਤ ਹੈ ਅਤੇ ਇਸ ਕਰਕੇ ਪੰਡਿਤ ਜੀ ਤਾਂ ਪਹਿਲਾਂ ਹੀ ਪਰਮਾਤਮਾ ਕੋਲ ਪਹੁੰਚੇ ਹੋਏ ਆ, ਇਹ ਗਲਤ ਹੋ ਜਾਂਦਾ। ਇੱਥੇ ਗੁਰੂ ਨਾਨਕ ਦਾ ਘਰ ਜਿਹੜਾ ਡਿਫਰ ਕਰ ਜਾਂਦਾ, ਕਿਉਂਕਿ ਅੱਗੇ ਉਹ ਕਹਿੰਦੇ ਨੇ ਸਾਧ ਸੰਗਤ ਗੁਰਸਿੱਖ ਮਿਲ ਆਸਾ, ਵਿੱਚ ਨਿਰਾਸਾ ਵਲਾਏ, ਸ਼ਬਦ ਸੁਰਤ ਲਿਵ ਅਲਖ ਲਖਾਏ। ਕਿ ਸਾਧ ਸੰਗਤ ਵਿੱਚ ਮਿਲ ਕੇ ਹੀ ਜਦੋਂ ਉੱਥੇ ਸ਼ਬਦ ਸੁਰਤ ਨੂੰ ਜਦੋਂ ਇਕੱਠਾ ਇੱਕ ਜਗ੍ਹਾ ਦੇ ਉੱਤੇ ਆਉਂਦੀ, ਜਦੋਂ ਸ਼ਬਦ ਸੁਰਤ ਸ਼ਬਦ ਨੂੰ ਮਿਲ ਲੈਂਦੀ ਆ, ਉਸ ਸਮੇਂ ਜਦੋਂ ਇੱਕ ਗੁਰਸਿੱਖ ਸਾਧ ਸੰਗਤ ਦੇ ਵਿੱਚ ਜਾ ਕੇ ਇਸ ਅਵਸਥਾ ਨੂੰ ਜਾਣ ਲੈਂਦਾ, ਸਿਰਫ ਉਸ ਸਮੇਂ ਉਸ ਪਰਮਾਤਮਾ ਨੂੰ ਮਿਲਦਾ। ਇਹਨਾਂ ਜਾਤਾਂ ਦੇ ਵਿੱਚ, ਇਹਨਾਂ ਕਰਮਾਂ ਦੇ ਵਿੱਚ ਤੁਸੀਂ ਕੀ ਕੰਮ ਕਰ ਰਹੇ ਆ, ਤੁਸੀਂ ਅਮੀਰ ਆ, ਗਰੀਬ ਆ, ਤੁਸੀਂ ਪੰਡਿਤ ਜੀ ਹੋ, ਤੁਸੀਂ ਵੈਦ ਹੋ, ਡਾਕਟਰ ਹੋ। ਅੱਜ ਦੇ ਅਗਰ ਆਪਾਂ ਜ਼ਿਕਰ ਕਰੀਏ ਤਾਂ ਯੂ ਕੈਨ ਬੀ ਵੈਰੀ ਰਿਚ, ਤੁਸੀਂ ਬਹੁਤ ਅਮੀਰ ਹੋ ਸਕਦੇ ਆ ਔਰ ਤੁਸੀਂ ਬਹੁਤ ਗਰੀਬ ਹੋ ਸਕਦੇ ਆ, ਪਰ ਪੈਸੇ ਵਜੋਂ। ਪਰ ਹੋ ਸਕਦਾ ਕਿ ਬਹੁਤ ਅਮੀਰ ਬੰਦੇ ਦੇ ਘਰ ਜਿਹੜੀ ਹੈ ਉਹ ਗੁਰਸਿੱਖੀ ਨਾ ਹੋਵੇ ਅਤੇ ਬਹੁਤ ਗਰੀਬ ਬੰਦੇ ਦੇ ਘਰ ਦੇ ਵਿੱਚ ਗੁਰਸਿੱਖੀ ਸਲਾਮਤ ਹੋਵੇ। ਔਰ ਇਹ ਵੀ ਹੋ ਸਕਦਾ ਕਿ ਜਿਹੜਾ ਇੱਕ ਬਹੁਤ ਗਰੀਬ ਬੰਦਾ ਉਹ ਸੋਚੇ ਕਿ ਛੱਡੋ ਮੈਂ ਸਿੱਖੀ ਤੋਂ ਕੀ ਲੈਣਾ, ਆਪਾਂ ਤਾਂ ਕਿਸੇ ਹੋਰ ਧਰਮ ਜਾਂ ਕਿਸੇ ਹੋਰ ਮਜ਼ਹਬ ਨੂੰ ਅਪਣਾ ਲੈਂਦੇ ਹਾਂ, ਕਿਉਂਕਿ ਉੱਧਰੋਂ ਸਾਨੂੰ ਕੁਛ ਮੋਨੀਟਰੀ ਗੇਨ ਮਿਲ ਰਹੇ ਆ, ਕੁਛ ਪੈਸੇ ਮਿਲ ਰਹੇ ਆ। ਕੋਈ ਐਸਾ ਵੀ ਹੋ ਸਕਦਾ। ਔਰ ਇੱਕ ਅਮੀਰ ਐਸਾ ਹੋ ਸਕਦਾ ਜਿਹੜਾ ਸਾਰਾ ਕੁਛ ਲੁਟਾ ਦੇ ਔਰ ਸੋਚੇ ਕਿ ਅਗਰ ਜ਼ਿੰਦਗੀ ਹੈ ਤਾਂ ਗੁਰਸਿੱਖੀ ਦੇ ਉੱਤੇ ਆ। ਸੋ ਅਮੀਰੀ, ਗਰੀਬੀ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਸਿੱਖੀ ਨਹੀਂ ਪਈ, ਇਹ ਸਾਨੂੰ ਸਮਝਣਾ ਪਊਗਾ। ਜਦੋਂ ਗੁਰੂ ਨਾਨਕ ਦੇ ਘਰ ਦੀ ਆਪਾਂ ਕਿਰਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਕਿਰਤ ਦਾ ਮਤਲਬ ਬਿਲਕੁਲ ਬਕਾਇਦਾ ਕੰਮ ਕਰਨ ਤੋਂ ਹੈ ਕਿ ਆਪਣੀ ਜਿਹੜੀ ਰੋਜ਼ੀ ਰੋਟੀ ਆ ਉਹ ਕਮਾਉਣ ਤੋਂ ਤਾਂ ਹੈ, ਪਰ ਉਸ ਦਾ ਲੈਣਾ ਦੇਣਾ ਜੋ ਤੁਸੀਂ ਕੰਮ ਕਰਦੇ ਆ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ, ਜੋ ਆਪਾਂ ਕਮਾਈ ਕਰਦੇ ਹਾਂ, ਉਸ ਦਾ ਮਤਲਬ ਤੁਹਾਡੇ ਪਰਮਾਤਮਾ ਦੇ ਨਾਲ ਮਿਲਣ ਦਾ ਨਹੀਂ ਆ ਬਿਲਕੁਲ ਵੀ। ਹੁਣ ਇਹਦੇ ਵਿੱਚ ਫਿਰ ਅਗਰ ਇਹ ਨਹੀਂ ਆ ਤਾਂ ਫਿਰ ਉਹ ਕਿੱਦਾਂ ਆਊਗਾ? ਫਿਰ ਕਿਹੜੀ ਕਿਰਤ ਨੂੰ ਕਹਿੰਦੇ ਨੇ? ਉਹ ਕਹਿੰਦੇ ਨੇ ਕਿਰਤ ਵਿਰਤ ਮਨ ਧਰਮ ਸੱਚ ਦੜਾਇਆ। ਕਿ ਜਦੋਂ ਕਿਰਤ ਕਰ ਰਿਹਾ, ਜਦੋਂ ਔਰ ਇਹ ਵਾਰ ਨੰਬਰ 20ਵੀਂ ਹੈ ਭਾਈ ਗੁਰਦਾਸ ਜੀ ਦੀ, ਉਹਦੇ ਵਿੱਚ ਦੱਸਦੇ ਕਿ ਜਦੋਂ ਤੁਸੀਂ ਕਿਰਤ ਕਰ ਰਹੇ ਆ, ਜਦੋਂ ਜਿਹੜੀ ਕਿਰਤ ਹੈ ਉਹ ਕੋਈ ਵੀ ਹੋ ਸਕਦੀ ਹੈ। ਤੁਸੀਂ ਵੈਦ ਹੋ, ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੰਮ ਹੋ ਸਕਦਾ ਹੈ, ਤੁਸੀਂ ਕਿਸਾਨ ਹੋ, ਤੁਸੀਂ ਕੋਈ ਲੇਖਕ ਹੋ, ਕੋਈ ਵੀ ਹੋ ਸਕਦੇ ਹੋ। ਪਰ ਅਗਰ ਉਸ ਕਿਰਤ ਦੇ ਵਿੱਚ ਸੱਚ ਨਹੀਂ ਹੈ ਤਾਂ ਫਿਰ ਉੱਥੇ ਧਰਮ ਨਹੀਂ ਆਉਂਦਾ, ਫਿਰ ਉੱਥੇ ਸਿੱਖੀ ਨਹੀਂ ਆਉਂਦੀ। ਉਸ ਕਿਰਤ ਦੇ ਵਿੱਚ ਸਿੱਖੀ ਨਹੀਂ ਪਈ ਜਾਂ ਉਸ ਕਿਰਤ ਵਾਸਤੇ ਸਿੱਖੀ ਤੁਹਾਨੂੰ ਸ਼ਲਾਘਾ ਨਹੀਂ ਦਿੰਦੀ ਜਿਸ ਕਿਰਤ ਦੇ ਵਿੱਚ ਸੱਚ ਨਹੀਂ ਹੈ। ਇੱਥੇ ਫਿਰ ਇੱਕ ਛੋਟਾ ਜਿਹਾ ਐਗਜ਼ਾਮਪਲ ਲਊਂਗੀ। ਉਹ ਐਗਜ਼ਾਮਪਲ ਇਹ ਹੈ ਕਿ ਜਦੋਂ ਆਪਾਂ ਬਹੁਤ ਸਾਰੇ ਕੁਛ ਪਰਟੀਕੂਲਰ ਏਰੀਆਜ਼ ਦੀ ਗੱਲ ਕਰਦੇ ਹਾਂ ਜਿੱਥੇ ਬਹੁਤ ਜਿਹਨੂੰ ਆਪਾਂ ਫਾਈਨੈਂਸ਼ਲੀ ਗਰੀਬ ਤਬਕੇ ਦੇ ਲੋਕ ਸੋਚਦੇ ਹਾਂ ਉਹ ਰਹਿੰਦੇ ਆ। ਮੈਂ ਸਿੱਖਾਂ ਦੀ ਗੱਲ ਨਹੀਂ ਕਰ ਰਹੀ, ਮੈਂ ਆਮ ਜ਼ਿੰਦਗੀ ਦੀ ਗੱਲ ਕਰ ਰਹੀ। ਉੱਥੇ ਕ੍ਰਾਈਮ ਬਹੁਤ ਜ਼ਿਆਦਾ ਹੁੰਦਾ ਹੈ। ਹੁਣ ਇਹਦਾ ਆਪਣੀ ਇੱਕ ਫਿਲੋਸਫੀ ਡਿਫਰੈਂਟ ਹੋ ਸਕਦੀ ਆ। ਮੇਰਾ ਕਹਿਣ ਦਾ ਸਿਰਫ ਮਤਲਬ ਇੰਨਾ ਕੁ ਹੈ ਕਿ ਅਗਰ ਸਿਰਫ ਗਰੀਬ ਬੰਦੇ ਦੇ ਵਿੱਚ ਹੀ ਅੱਛਾਈ ਹੋਵੇ ਔਰ ਸਾਰੇ ਅਮੀਰ ਗਲਤ ਹੋਣ ਤਾਂ ਫਿਰ ਕਦੀ ਵੀ ਕੋਈ ਗਰੀਬ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੇ ਮਾੜੇ ਕਰਮ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀਗਾ। ਨਿਰਭਇਆ ਕਾਂਡ ਇਸ ਚੀਜ਼ ਦਾ ਆਪਣੇ ਆਪ 'ਚ ਗਵਾਹ ਆ ਕਿ ਜਿਹੜਾ ਇੱਕ ਗਰੀਬੀ ਆ ਉਹ ਤੁਹਾਡੇ ਅੰਦਰ ਮੋਰਲ ਨਹੀਂ ਭਰਦੀ। ਇਸੇ ਤਰੀਕੇ ਨਾਲ ਕੋਈ ਇੱਕ ਬਹੁਤ ਅਮੀਰ ਬੰਦਾ ਆ ਤਾਂ ਜ਼ਰੂਰੀ ਨਹੀਂ ਕਿ ਉਹ ਅਮੀਰ ਆ ਅਤੇ ਇਸ ਕਰਕੇ ਉਹ ਚੰਗਾ ਹੀ ਹੋਊਗਾ। ਸਾਡੇ ਕੋਲ ਕਈ ਐਸੇ ਨੇਤਾਵਾਂ ਦੀਆਂ ਜਿਹੜੀਆਂ ਸੀਡੀਜ਼ ਵੀ ਬਾਹਰ ਨਿਕਲੀਆਂ, ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਵਾਗਡੋਰ ਵੀ ਸੰਭਾਲੀ ਹੋਈ ਸੀ, ਉਹਨਾਂ ਦੀਆਂ ਵੀ ਬਹੁਤ ਕੁਕਰਮੀ ਸਾਡੇ ਸਾਹਮਣੇ ਉਹਨਾਂ ਦੀਆਂ ਕਿੱਸੇ ਆਏ। ਤਾਂ ਉਹ ਆਪਣੇ ਆਪ ਦੇ ਵਿੱਚ ਦੱਸ ਦਿੰਦੇ ਆ ਕਿ ਬੇਸ਼ੱਕ ਉਹ ਅਮੀਰ ਸੀ, ਉਹ ਗਰੀਬ ਸੀ, ਪਰ ਦੋਨਾਂ ਦੇ ਵਿੱਚ ਹੀ ਕਿਤੇ ਵੀ ਸੱਚ ਨਹੀਂ ਸੀ। ਅਤੇ ਇਹ ਦੋਨਾਂ ਦੀ ਹੀ ਕਿਰਤ ਜਿਹੜੀ ਉਹ ਪ੍ਰਵਾਨ ਨਹੀਂ ਹੋਣੀ। ਸੋ ਕਿਰਤ ਕਿਹੜੀ ਪ੍ਰਵਾਨ ਹੋਣੀ ਆ? ਜਿਸ ਦੇ ਨਾਲ ਸੱਚ
ਲੱਗਿਆ। ਸਿੱਖ ਧਰਮ ਦੇ ਵਿੱਚ ਸਿੱਖੀ ਦੇ ਰੂਲਸ ਦੇ ਉੱਤੇ ਚੱਲਦਿਆਂ ਉਹੀ ਕਿਰਤ ਪ੍ਰਵਾਨ ਹੈ ਜਿਹੜੀ ਸੱਚ ਦੇ ਨਾਲ ਚੱਲੂਗੀ। ਹੁਣ ਇਸੇ ਨੂੰ ਹੀ ਅਗਰ ਆਪਾਂ ਅੱਗੇ ਹੋਰ ਦੇਖੀਏ ਕਿ ਹੁਣ ਸੱਚ ਕਿੱਥੋਂ ਆਵੇ, ਕਿ ਸੱਚ ਤਾਂ ਠੀਕ ਆ, ਹੋ ਗਈ ਗੱਲ ਕਿ ਸੱਚ ਉਹਦੇ ਵਿੱਚ ਹੋਣਾ ਚਾਹੀਦਾ। ਹੁਣ ਸੱਚ ਕਿੱਥੋਂ ਆਵੇ ਤਾਂ ਗੁਰੂ ਪਾਤਸ਼ਾਹ ਦੱਸਦੇ ਨੇ, ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ, ਕਿ ਗੁਰੂ ਦਾ ਗਿਆਨ, ਉਸ ਪਰਮਾਤਮਾ ਦਾ ਗਿਆਨ ਜਿਹੜਾ ਹੈ ਉਹ ਤੁਹਾਡੀ ਵੈਲਥ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਬੇਸ਼ੱਕ ਚਾਹੇ ਜਿੰਨੀ ਮਰਜ਼ੀ ਦੌਲਤ ਹੋਵੇ, ਚਾਹੇ ਤੁਸੀਂ ਕੁਬੇਰ ਦੇ ਖਜ਼ਾਨੇ 'ਤੇ ਕਿਉਂ ਨਹੀਂ ਬੈਠੇ, ਪਰ ਉਹ ਸਾਰਾ ਖਜ਼ਾਨਾ ਤੁਹਾਡੇ ਲਈ ਇੱਕ ਪਾਸੇ, ਔਰ ਸਿਰਫ ਉਸ ਪਰਮਾਤਮਾ ਦੀ, ਉਸ ਸ਼ਬਦ ਦੀ ਜੋ ਤੁਹਾਨੂੰ ਇੱਕ ਨੌਲੇਜ ਮਿਲੀ ਆ, ਉਹ ਨੌਲੇਜ ਦਾ, ਉਸ ਗਿਆਨ ਦਾ ਖਜ਼ਾਨਾ ਇੱਕ ਪਾਸੇ ਹੋਣਾ ਚਾਹੀਦਾ। ਗੁਰੂ ਦੇ ਕੋਲੋਂ ਜਦੋਂ ਗਿਆਨ ਲੈ ਕੇ ਆਪਾਂ ਆਪਣਾ ਕਰਮ ਕਰਾਂਗੇ, ਆਪਾਂ ਆਪਣੀ ਕਿਰਤ ਕਰਾਂਗੇ, ਤਾਂ ਉਸ ਕਿਰਤ ਵਿੱਚ ਸੱਚ ਅਸੀਂ ਆਪਣੇ ਆਪ ਹੀ ਲਾਈ ਜਾਵਾਂਗੇ, ਸੱਚ ਆਪਣੇ ਆਪ ਹੀ ਆ ਜਾਊਗਾ। ਕਿਉਂਕਿ ਜਦੋਂ ਮੈਂ ਗੁਰੂ ਦੇ ਆਸਰਾ ਲੈ ਕੇ, ਗੁਰੂ ਕੋਲੋਂ ਓਟ ਲੈ ਕੇ ਆਪਣੀ ਕਿਰਤ ਵੱਲ ਜਾਊਂਗੀ ਤਾਂ ਮੈਨੂੰ ਹਮੇਸ਼ਾ ਲੱਗਦਾ ਰਹੂਗਾ ਕਿ ਇਹ ਮੇਰਾ ਕੰਮ ਨਹੀਂ ਹੈ, ਇਹ ਮੇਰੇ ਗੁਰੂ ਦਾ। ਅਤੇ ਇਸ ਕਰਕੇ ਜੇ ਮੈਂ ਆਪਣੇ ਗੁਰੂ ਪ੍ਰਤੀ ਵਫਾਦਾਰ ਹਾਂ ਤਾਂ ਉਹ ਹਰ ਤਰੀਕੇ ਨਾਲ ਮੈਂ ਉਹਨੂੰ ਬੈਸਟ ਕਰਨ ਦੀ, ਆਪਣੇ ਵੱਲੋਂ 100% ਦੇਣ ਦੀ ਕੋਸ਼ਿਸ਼ ਕਰੂੰਗੀ। ਜਦੋਂ 5-5 ਜਾਣੇ ਗੜੀ 'ਚੋਂ ਨਿਕਲਦੇ ਆ ਤਾਂ ਉਹ ਬੇਸਿਕਲੀ ਇਹ ਸੋਚ ਕੇ ਨਹੀਂ ਨਿਕਲਦੇ ਕਿ ਅਸੀਂ ਲੜਨਾ, ਉਹ ਇਹ ਸੋਚ ਕੇ ਨਿਕਲਦੇ ਆ ਕਿ ਮੇਰਾ ਗੁਰੂ ਹੈ ਔਰ ਉਹਦੇ ਓਟ ਆਸਰੇ ਨਾਲ ਮੈਂ ਨਿਕਲਿਆ। ਇਸ ਕਰਕੇ ਉਹ 1.25 ਲੱਖ ਨਾਲ ਇੱਕ ਲੜ ਜਾਂਦਾ। ਹੁਣ ਅੱਜ ਇਹ ਕੁਐਸਚਨ ਆਉਂਦਾ ਕਿ 1.25 ਲੱਖ ਨਾਲ ਇੱਕ ਨਹੀਂ ਲੜ ਸਕਦਾ, ਤਾਂ ਮੈਟਾਫਰ ਹੈ ਉਹ। ਇਸ ਕਰਕੇ ਕਿਉਂਕਿ ਅਸੀਂ ਗੁਰੂ ਦਾ ਗਿਆਨ ਲੈ ਕੇ ਅੱਗੇ ਚੱਲਦੇ ਨਹੀਂ। ਜੇ ਅਸੀਂ ਗੁਰੂ ਦਾ ਗਿਆਨ ਲੈ ਕੇ ਅੱਗੇ ਚੱਲਦੇ ਕਿ ਮੈਂ ਨਹੀਂ ਲੜਨਾ ਤਾਂ ਗੁਰੂ ਨੇ, ਸਿਰਫ ਸਰੀਰ ਮੇਰਾ, ਤਾਂ ਇੱਕ ਕੀ 1.25 ਲੱਖ ਤਾਂ ਕੀ ਕਈ ਲੱਖਾਂ ਨਾਲ ਇਕੱਲਾ ਖਾਲਸਾ ਜਿਹੜਾ ਉਹ ਲੜ ਸਕਦਾ। ਪਰ ਉਹਦੇ ਵਾਸਤੇ ਜਿਹੜਾ ਆਧਾਰ ਹੈ ਉਹ ਗੁਰੂ ਦਾ ਗਿਆਨ ਹੋਊਗਾ। ਸੋ ਜਦੋਂ ਅਸੀਂ ਆਪਣੀ ਕਿਰਤ ਵੱਲ ਨਿਕਲਦੇ ਹਾਂ ਤਾਂ ਧਿਆਨ ਇਸ ਪਾਸੇ ਚੱਲ ਕੇ ਚੱਲੀਏ ਕਿ ਮੇਰੇ ਗੁਰੂ ਦਾ ਗਿਆਨ ਮੇਰੇ ਨਾਲ ਹੈ। ਗੁਰੂ ਦੇ ਗਿਆਨ ਨੂੰ ਜਦੋਂ ਅਸੀਂ ਅੰਡਰਲਾਈਨ ਕਰਕੇ ਚੱਲਾਂਗੇ ਤਾਂ ਫਿਰ ਜਿਹੜਾ ਕਰਤਾ ਹੈ ਉਹ ਗੁਰੂ ਹੋ ਜਾਊਗਾ, ਉਹ ਮੈਂ ਕਰਤਾ ਨਹੀਂ ਰਹੂੰਗੀ। ਫਿਰ ਨਾ ਤਾਂ ਮੈਂ ਆਪਣੇ ਕੰਮ 'ਚ ਚੋਰੀ ਕਰ ਸਕੂੰਗੀ, ਨਾ ਮੈਂ ਠੱਗੀ ਮਾਰ ਸਕੂੰਗੀ, ਨਾ ਮੈਨੂੰ ਕਿਸੇ ਤਰੀਕੇ ਨਾਲ ਮੈਂ ਕਿਸੇ ਨੂੰ ਮੂਰਖ ਬਣਾ ਸਕੂੰਗੀ, ਨਾ ਮੈਂ ਨਿੰਦਿਆ ਕਰ ਸਕੂੰਗੀ, ਨਾ ਮੈਂ ਚੁਗਲੀ ਕਰ ਸਕੂੰਗੀ। ਕਿਉਂ? ਕਿਉਂਕਿ ਮੇਰੇ ਗੁਰੂ ਦਾ ਗਿਆਨ ਤਾਂ ਇਹ ਕਹਿੰਦਾ ਹੀ ਨਹੀਂ। ਔਰ ਇਹ ਕੰਮ ਮੈਂ ਕਰੂੰਗੀ ਕਦੋਂ? ਆਪਣੀ ਕਿਰਤ ਦੇ ਨਾਲ ਮੈਂ ਇਹ ਕੰਮ ਕਦੋਂ ਕਰੂੰਗੀ? ਜਦੋਂ ਮੈਂ ਆਪਣੇ ਗੁਰੂ ਦੇ ਗਿਆਨ ਨੂੰ ਵਧਾਵਾ ਦੇ ਦੂੰਗੀ ਕਿ ਮੈਂ ਆਪਣੇ ਗੁਰੂ ਦੇ ਗਿਆਨ ਦੇ ਨਾਲ ਨਹੀਂ ਚੱਲਦੀ। ਸੋ ਕਿਰਤ ਦੇ ਵਿੱਚ ਸੱਚਾਈ ਲੈ ਕੇ ਆਉਣ ਲਈ ਮੈਨੂੰ ਆਪਣੀ ਕਿਰਤ ਦੇ ਵਿੱਚ ਉਸ ਗੁਰੂ ਦਾ ਗਿਆਨ, ਉਸ ਪਰਮਾਤਮਾ ਦਾ ਗਿਆਨ ਜਿਹੜਾ ਉਹ ਨਾਲ ਲੈ ਕੇ ਚੱਲਣਾ ਪਊਗਾ। ਇਹ ਨਿਯਮ ਹੈ। ਉਸ ਤੋਂ ਅਗਲੀ ਗੱਲ ਜਿਹੜੀ ਹੈ, ਹੁਣ ਇੱਥੋਂ ਤੱਕ ਤਾਂ ਆ ਗਿਆ ਕਿ ਸਾਨੂੰ ਕਿੱਦਾਂ ਹੋਇਆ, ਆਪਾਂ ਕਿਵੇਂ ਗੁਰੂ ਦੇ ਗਿਆਨ ਦੇ ਨਾਲ ਸਾਡੀ ਸੱਚਾਈ ਕਿੱਦਾਂ ਆ ਸਕਦੀ ਹੈ। ਹੁਣ ਇੱਕ ਗੱਲ ਬੜੀ, ਅਗਰ ਮੈਂ ਇਹ ਨਹੀਂ ਕਰਦੀ, ਮੰਨ ਲਓ ਕਿ ਮੈਨੂੰ ਲੱਗਦਾ ਕਿ ਮੈਨੂੰ ਗੁਰੂ ਦੇ ਗਿਆਨ ਦੀ ਕੋਈ ਲੋੜ ਨਹੀਂ, ਮੈਂ ਇਕੱਲੀ ਬਹੁਤ ਹਾਂ, ਜਿੱਦਾਂ ਕਿ ਅੱਜ ਕੱਲ੍ਹ ਬਹੁਤ ਸਾਰੀ ਦੁਨੀਆ ਦੇ ਵਿੱਚ ਅਸੀਂ ਖਾਸ ਤੌਰ 'ਤੇ ਸਿੱਖ ਕੇ ਕੰਮ ਕਰ ਰਹੇ ਹਾਂ ਕਿ ਅਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਖੁਦ ਕਰਤਾ ਬਣ ਕੇ ਅਸੀਂ ਹਰ ਇੱਕ ਚੀਜ਼ ਸੋਚਦੇ ਹਾਂ ਕਿ ਮੈਂ ਕਰੂੰਗਾ। ਪਰਮਾਤਮਾ ਕੋਈ ਚੀਜ਼ ਨਹੀਂ, ਕੁਦਰਤ ਹੀ ਕਾਦਰ ਹੈ, ਕਾਦਰ ਹੀ ਕੁਦਰਤ ਹੈ, ਐਕਸੈਕਟਰਾ ਪਤਾ ਨਹੀਂ ਕਿੰਨੀਆਂ ਕੁ ਥਿਊਰੀਜ਼ ਜਿਹੜੀਆਂ ਆਪਾਂ ਇਕੱਠੀਆਂ ਕਰ ਲਈਆਂ। ਉਹ ਬੇਸਿਕਲੀ ਹੈ ਕਿ ਜੇ ਸਾਡਾ ਕੋਈ ਬੁੱਧੀਜੀਵੀ ਆ ਉਹਨੂੰ ਵੀ ਨਿੰਦ ਦਿਓ, ਕਵੀ ਸੰਤੋਖ ਸਿੰਘ ਉਹਨਾਂ ਦੀ ਵੀ ਭੰਡੀ ਮਾਰੋ, ਕੋਈ ਚੰਗਾ ਕੰਮ ਕਰ ਰਿਹਾ ਉਹਦੀ ਵੀ ਭੰਡੀ ਮਾਰੋ, ਬੁਰਾ ਕਰ ਰਿਹਾ ਉਹਦੀ ਤਾਂ ਮਾਰਨੀ ਹੋਈ ਹੈ। ਉਹ ਬੇਸਿਕਲੀ ਹੈ ਕੀ? ਕਿਉਂਕਿ ਅਸੀਂ ਸਾਰੇ ਕਰਤਾ ਬਣ ਗਏ, ਅਸੀਂ ਗੁਰੂ ਦੇ ਗਿਆਨ ਨੂੰ ਪਾਸੇ ਛੱਡ ਦਿੱਤਾ, ਅਸੀਂ ਸੋਚਿਆ ਹੀ ਨਹੀਂ ਕਿ ਗੁਰੂ ਸਾਡਾ ਕੀ ਕਹਿ ਰਿਹਾ। ਅਗਰ ਇਸ ਮੌਕੇ ਦੇ ਉੱਤੇ ਹਮੇਸ਼ਾ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਆਪਾਂ ਇਹ ਸੋਚਣਾ ਸ਼ੁਰੂ ਕਰੀਏ ਕਿ ਜੋ ਵੀ ਮੈਂ ਕਿਰਤ ਕਰ ਰਹੀ ਹਾਂ ਉਹ ਕੋਈ ਵੀ ਕੰਮ ਹੋ ਸਕਦਾ, ਚਾਹੇ ਮੇਰੀ ਰੋਜ਼ੀ ਰੋਟੀ ਲਈ ਕੰਮ, ਚਾਹੇ ਮੇਰੇ ਘਰ ਦੇ ਵਿੱਚ ਵੈਸੇ ਕੋਈ ਕੰਮ, ਕੋਈ ਵੀ ਕਿਰਤ ਜਿਹੜੀ ਮੇਰੀ ਹੈ, ਜੋ ਵੀ ਮੈਂ ਕੰਮ ਕਰ ਰਹੀ ਹਾਂ, ਕਿਆ ਅਗਰ ਮੈਂ ਆਪਣੇ ਗੁਰੂ ਪਾਤਸ਼ਾਹ ਨੂੰ ਪੁੱਛਦੀ ਕਿ ਪਾਤਸ਼ਾਹ ਆਹ ਕੰਮ ਆ ਤਾਂ ਕਿਆ ਮੈਂ ਇਹਨੂੰ ਇਸ ਤਰੀਕੇ ਨਾਲ ਕਰਾਂ, ਤਾਂ ਜੋ ਮੇਰੇ ਗੁਰੂ ਮਹਾਰਾਜ ਕਹਿੰਦੇ, ਇੱਕ ਵਾਰੀ ਆਪਾਂ ਆਪਣਾ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਕੋਲੋਂ ਪੁੱਛ ਲਿਆ ਕਰੀਏ ਕਿ ਉਹ ਕੀ ਕਰਦੇ। ਅਗਰ ਮੇਰਾ ਮਨ ਕੀਤਾ ਕਿ ਅੱਜ ਮੇਰੀ ਜੋਬ ਆ 9 to 5, ਵਿੱਚੋਂ ਕੁਛ ਸਮੇਂ ਲਈ ਮੇਰਾ ਬੌਸ ਨਿਕਲ ਗਿਆ, ਤਾਂ ਮੈਨੂੰ ਲੱਗਾ ਕਿ ਥੋੜ੍ਹਾ ਚਿਰ ਮੈਂ ਵੀ ਸੁਸਤਾ ਸਕਦੀ ਹਾਂ, ਮੈਂ ਆਪਣੇ ਗੁਰੂ ਕੋਲੋਂ ਪੁੱਛਾਂ ਕਿ ਕਿਆ ਮੈਂ ਕਰਾਂ। ਤਾਂ ਜਾਂ ਮੈਂ ਇਹ ਸੋਚਾਂ ਕਿ ਅਗਰ ਮੇਰੇ ਗੁਰੂ ਮਹਾਰਾਜ ਇੱਥੇ ਸਾਹਮਣੇ ਖੜ੍ਹੇ ਹੋਣ ਔਰ ਉਹਨਾਂ ਦੇ ਸਾਹਮਣੇ ਮੈਂ ਕਰਾਂ ਤਾਂ ਕਿਆ ਠੀਕ ਲੱਗੂਗਾ। ਮੈਂ ਕਦੀ ਵੀ ਝੂਠ, ਠੱਗੀ ਜਾਂ ਕਿਸੇ ਤਰ੍ਹਾਂ ਦਾ ਵੀ ਜੋ ਸੱਚ ਨਹੀਂ ਹੈ ਉਹ ਕੰਮ ਨਹੀਂ ਕਰੂੰਗੀ ਅਗਰ ਮੈਂ ਆਪਣੇ ਗੁਰੂ ਦੇ ਗਿਆਨ ਨੂੰ ਨਾਲ ਲੈ ਕੇ ਚੱਲੂੰਗੀ। ਪਰ ਅਗਰ ਮੈਂ ਗੁਰੂ ਦੇ ਗਿਆਨ ਨੂੰ ਤਿਲਾਂਜਲੀ ਦੇ ਕੇ ਔਰ ਫਿਰ ਵੀ ਕਰਦੀ ਹਾਂ ਤਾਂ ਫਿਰ ਪਾਤਸ਼ਾਹ ਦੇ ਬਾਰੇ ਦੱਸਦੇ ਨੇ
ਪਹਿਲੇ ਪਹਿਰੇ ਰਹਿਣ ਕੇ ਵੰਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ। ਕਿ ਪਹਿਲੇ ਪਹਿਰ, ਇਹ ਸਭ ਨੇ ਆਪਾਂ ਸੁਣਿਆ, ਬਾਲਕ ਬੁੱਧ ਹੁੰਦੀ ਆ ਜਦੋਂ ਤੁਹਾਡੀ ਹਜੇ ਜਨਮ ਹੁੰਦਾ ਹੀ ਆ, ਬਾਲਕ ਬੁੱਧ ਅਚੇਤ। ਖੀਰ ਪੀਏ ਖਿਲਾਇਆ ਵੰਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ। ਮਾਤ ਪਿਤਾ ਸੁਤ ਨੇਹ ਕਨੇਰਾ ਮਾਇਆ ਮੋਹ ਸਭਾਈ। ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ। ਹੁਣ ਇਹ ਬੜਾ ਇੰਪੋਰਟੈਂਟ ਆ ਕਿ ਪਰਮਾਤਮਾ ਨੇ ਤੁਹਾਨੂੰ ਧਰਤੀ 'ਤੇ ਭੇਜਤਾ ਕਿਉਂਕਿ ਤੁਹਾਡਾ ਸੰਯੋਗ ਸੀ, ਤੁਸੀਂ ਆ ਗਏ। ਆ ਕੇ ਹੁਣ ਆਪਾਂ ਕਿਰਤ ਕਮਾਉਣੀ ਸ਼ੁਰੂ ਕੀਤੀ ਔਰ ਜੋ ਮੈਂ ਕਰ ਰਹੀ ਹਾਂ, ਮੇਰੇ ਹਰ ਇੱਕ ਐਕਸ਼ਨ ਦੇ ਨਾਲ ਮੇਰੇ ਜਿਹੜਾ ਅਕਾਊਂਟ ਆ ਉਹ ਟੈਲੀ ਹੋ ਰਿਹਾ। ਹਰ ਇੱਕ ਐਕਸ਼ਨ ਦੇ ਨਾਲ ਮੈਂ ਕੁਛ ਕਮਾ ਰਹੀ ਹਾਂ। ਉਹ ਸਿਰਫ ਪੈਸਾ ਨਹੀਂ ਕਮਾ ਰਹੀ, ਜਿਸ ਨੂੰ ਆਪਾਂ ਕਿਰਤ ਦੇ ਨਾਲ ਜੋੜਤਾ ਨਾ ਕਿ ਸਿਰਫ ਕਿਰਤ ਦਾ ਮਤਲਬ ਕਿ ਬਾਹਰ ਜਾਓ, ਕੰਮ ਕਰਕੇ ਘਰ ਲੈ ਕੇ ਆਓ ਪੈਸੇ ਔਰ ਰੋਟੀ ਕਮਾ ਲਓ। ਉਹ ਸਿਰਫ ਓਨੀ ਕੁ ਗੱਲ ਕਿਰਤ ਨਹੀਂ ਆ। ਮੇਰਾ ਹਰ ਇੱਕ ਕਰਮ ਜੋ ਹੈ ਉਹ ਕਿਰਤ ਕਮਾ ਰਿਹਾ। ਉਹ ਮੇਰੇ ਕਰਮ ਇਕੱਠੇ ਕਰ ਰਿਹਾ, ਹੋਰ ਇਕੱਠੇ ਕਰ ਰਿਹਾ। ਔਰ ਉਸ ਤੋਂ ਬਾਅਦ ਇਹਨਾਂ ਕਰਮਾਂ ਦੇ ਉੱਤੇ ਹੀ ਮੇਰੀ ਅਗਲੀ ਲਾਈਫ ਜਿਹੜੀ ਆ ਉਹ ਚੱਲਣੀ ਆ। ਕਿਉਂਕਿ ਅੰਗਰੇਜ਼ੀ ਵਿੱਚ ਵੀ ਇਹ ਕਹਿੰਦੇ ਆ ਕਿ ਵਾਟ ਗੋਜ਼ ਅਰਾਊਂਡ ਕਮਜ਼ ਅਰਾਊਂਡ। ਜੋ ਜਿੱਦਾਂ ਦਾ ਹੋਊਗਾ ਉਹ ਉੱਦਾਂ ਦਾ ਹੀ ਵਾਪਸ ਆਊਗਾ। ਜੇ ਮੈਂ ਆਪਣੇ ਕੰਮ ਦੇ ਵਿੱਚ ਸੱਚੀ ਹਾਂ, ਜੇ ਮੈਂ ਆਪਣੇ ਕੰਮ ਦੇ ਵਿੱਚ ਨੇਕ ਹਾਂ, ਜੇ ਮੈਂ ਆਪਣੇ ਘਰਦਿਆਂ ਦੇ ਪ੍ਰਤੀ ਵਫਾਦਾਰ ਹਾਂ, ਮੇਰੇ ਨਾਲ ਕਦੀ ਧੋਖਾ ਨਹੀਂ ਹੋ ਸਕਦਾ। ਪਰ ਜਦੋਂ ਸਾਨੂੰ ਲੱਗਦਾ ਹੈ ਕਿ ਮੇਰਾ ਕਰਮ ਤਾਂ ਸੀਗਾ ਹੀ ਨਹੀਂ, ਇਹ ਤਾਂ ਮੈਂ ਕਦੀ ਇੰਝ ਤਾਂ ਕੀਤਾ ਹੀ ਨਹੀਂ ਸੀ, ਪਤਾ ਨਹੀਂ ਮੇਰੇ ਨਾਲ ਪਰਮਾਤਮਾ ਨੇ ਇੰਝ ਕੀਤਾ। ਦਰਅਸਲ ਉਹ ਸਾਡੇ ਕਿਤੇ ਨਾ ਕਿਤੇ ਕੌਨਸ਼ੀਅਸ ਦੇ ਵਿੱਚ ਬੈਠਾ ਹੁੰਦਾ। ਅਸੀਂ ਕਦੀ ਨਾ ਕਦੀ ਕੁਛ ਨਾ ਕੁਛ ਗਲਤੀ ਜ਼ਰੂਰ ਕੀਤੀ ਹੁੰਦੀ ਆ। ਸੋ ਇਸ ਕਰਕੇ ਜਦੋਂ ਅਗਰ ਆਪਾਂ ਗੁਰੂ ਦੇ ਗਿਆਨ ਦੇ ਨਾਲ ਚੱਲੀਏ ਨਾ, ਹੁਣ ਇਹਦੇ ਵਿੱਚ ਵੀ ਇੱਕ ਗੱਲ ਹੈ ਕਿ ਬੇਸ਼ੱਕ ਸੰਜੋਗੀ ਮੇਰਾ ਜਨਮ ਹੋ ਗਿਆ, ਆ ਗਈ, ਉਸ ਤੋਂ ਬਾਅਦ ਮੈਂ ਆਪਣਾ ਕਿਰਤ ਕਮਾਉਣੀਆਂ ਸ਼ੁਰੂ ਕੀਤੀਆਂ ਔਰ ਕਰਮ ਦੇ ਆਧਾਰ 'ਤੇ ਹੀ ਮੈਂ ਅੱਗੇ ਚੱਲਣਾ। ਔਰ ਅਗਰ ਮੈਂ ਚੰਗੇ ਕਰਮ ਕੀਤੇ ਆ ਫਿਰ ਅੱਗੇ ਤੋਂ ਮੇਰੇ ਨਾਲ ਸਭ ਚੰਗਾ ਹੋਣਾ। ਅਗਰ ਮੈਂ ਕੁਛ ਗੜਬੜ ਕੀਤੀ ਹੈ ਤਾਂ ਗੜਬੜ ਵੀ ਹੋਊਗੀ। ਪਰ ਇਹਨੂੰ ਵੀ ਟੈਕਲ ਕਰਨ ਦਾ ਤਰੀਕਾ ਗੁਰਬਾਣੀ ਸਾਨੂੰ ਦੱਸਦੀ ਆ ਕਿ ਚਾਹੇ ਜਿੰਨੀਆਂ ਮਰਜ਼ੀ ਜੇ ਤੁਹਾਡੇ ਕੋਲੇ ਭੁੱਲਾਂ ਵੀ ਹੋ ਗਈਆਂ ਨਾ, ਤਾਂ ਆਪਾਂ ਆਪਣੀਆਂ ਭੁੱਲਾਂ ਜਾ ਕੇ ਗੁਰੂ ਮੂਹਰੇ ਇੱਕ ਵਾਰੀ ਬਖਸ਼ਾਈਏ ਤਾਂ ਸਹੀ, ਇੱਕ ਵਾਰੀ ਜਾ ਕੇ ਆਪਣਾ ਬਿਦਾਵਾ ਪਾੜੀਏ ਤਾਂ ਸਹੀ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਤਾਂ ਸਹੀ ਕਿ ਮੇਰਾ ਬਿਦਾਵਾ ਪਾੜ ਦਿਓ। ਪਰ ਉਹਦੇ ਵਾਸਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਆ ਅਸੀਂ ਬਿਦਾਵਾ ਲਿਖਿਆ। ਸਾਡੇ 'ਚੋਂ ਬਹੁਤੇ ਤਾਂ ਐਸੇ ਆ ਜਿਹੜੇ ਹਜੇ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਬਿਦਾਵਾ ਲਿਖਿਆ। ਹੋ ਸਕਦਾ ਉਹਦੇ ਵਿੱਚ ਮੈਂ ਵੀ ਹੋਵਾਂ। ਸਾਨੂੰ ਇਹੀ ਲੱਗਦਾ ਰਹਿੰਦਾ ਕਿ ਅਸੀਂ ਤਾਂ ਪੱਕੇ ਸਿੱਖ ਹਾਂ, ਅਸੀਂ ਤਾਂ ਬਹੁਤ ਵਧੀਆ ਸਿੱਖ ਹਾਂ। ਜੇ ਅਸੀਂ ਬਹੁਤ ਸਾਰੇ ਵਧੀਆ ਸਿੱਖ ਹੁੰਦੇ ਤਾਂ ਅੱਜ ਸਾਨੂੰ ਜਿਸ ਲੈਵਲ ਦੇ ਉੱਤੇ ਆ ਕੇ ਅਸੀਂ ਖੜ੍ਹੇ ਹੋ ਗਏ ਹਾਂ, ਜਿੰਨੇ ਹਿੱਸਿਆਂ ਦੇ ਵਿੱਚ ਸਾਡੇ ਜਿਹੜਾ ਪੰਥ ਹੈ ਉਹ ਟੁੱਟਿਆ ਹੋਇਆ, ਹਰ ਇੱਕ ਦੀ ਆਪਣੀ ਪ੍ਰਥਾ, ਹਰ ਇੱਕ ਦੀ ਆਪਣੀ ਰਹਿਤ, ਉਹ ਨਹੀਂ ਸੀ ਹੋਣਾ ਅਗਰ ਅਸੀਂ ਸਾਰੇ ਇੰਨੇ ਵਾਕਈ ਗੁਰੂ ਦੇ ਗਿਆਨ ਦੇ ਨਾਲ ਚੱਲ ਰਹੇ ਹੁੰਦੇ ਤੇ। ਸੋ ਗੱਲ ਇੱਥੇ ਮੁੱਕਦੀ ਹੈ ਕਿ ਜਦੋਂ ਅਗਰ ਗੁਰੂ ਨਾਨਕ ਦੇ ਘਰ ਨੂੰ ਪੁੱਛਾਂਗੇ ਤਾਂ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਸਾਨੂੰ ਇਹ ਗੱਲ ਬੜੀ ਕਲੀਅਰ ਹੋ ਜਾਂਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਜਿਹਦੇ ਨਾਲ ਤੁਸੀਂ ਆਪਣਾ ਲਾਈਵਲੀਹੁੱਡ ਕਮਾ ਰਹੇ ਹੋ, ਜਿਹਦੇ ਨਾਲ ਤੁਸੀਂ ਆਪਣੀ ਰੋਟੀ ਕਮਾ ਕੇ ਲੈ ਕੇ ਆ ਰਹੇ ਹੋ, ਉਹ ਤੁਹਾਡੀ ਕਿਰਤ ਨਿਰਧਾਰਿਤ ਨਹੀਂ ਕਰਦੀ। ਸਿਰਫ ਉਨੀ ਕੁ ਚੀਜ਼ ਤੁਹਾਡੀ ਕਿਰਤ ਨਿਰਧਾਰਿਤ ਨਹੀਂ ਕਰਦੀ। ਤੁਸੀਂ ਉਹ ਕੰਮ ਆਪਣਾ ਕਿਵੇਂ ਕਰ ਰਹੇ ਹੋ, ਉਹਦੇ ਵਿੱਚ ਸੱਚ ਹੈ ਕਿ ਨਹੀਂ ਹੈ, ਉਹ ਤੁਹਾਡਾ ਧਰਮ ਨਿਰਧਾਰਿਤ ਕਰਦੀ ਹੈ। ਹੁਣ ਇੱਕ ਤਰ੍ਹਾਂ ਦਾ ਕੰਮ ਉਹ ਕੋਈ ਵੀ ਕਰ ਰਿਹਾ ਹੋ ਸਕਦਾ, ਪਰ ਜਿਹੜਾ ਇੱਕ ਸਿੱਖ ਹੈ ਉਹ ਐਕਸਟਰਾ ਮਾਈਲ ਜਾਊਗਾ। ਹੁਣ ਇੱਕ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਸ਼ਾਇਦ ਇੱਕ ਅੱਧੇ ਦਿਨ ਪਹਿਲਾਂ ਦੀ ਗੱਲ ਹੈ, ਜਿਹੜੀ ਉਹ ਫਾਇਰਿੰਗ ਹੋ ਗਈ ਔਰ ਉਹਦੇ ਵਿੱਚ ਇੱਕ ਤਪਤੇਜਦੀਪ ਸਿੰਘ ਨਾਮ ਦਾ ਸਰਦਾਰ ਮੁੰਡਾ, ਉਹ ਸਿਰਫ ਇਸ ਕਰਕੇ ਚਲਾ ਗਿਆ ਕਿਉਂਕਿ ਉਹ ਬਾਕੀ ਸਾਰਿਆਂ ਨੂੰ ਬਚਾ ਰਿਹਾ ਸੀ। ਹੁਣ ਉਹ ਚਾਹੁੰਦਾ ਤਾਂ ਉਹ ਵੀ ਆਪਣੀ ਜਾਨ ਬਚਾਉਣ ਨੂੰ ਅੱਗੇ ਵੜਦਾ, ਪਰ ਉਹਨੇ ਆਪਣੀ ਡਿਊਟੀ ਸਮਝੀ ਪਹਿਲਾਂ ਬਾਕੀਆਂ ਨੂੰ ਬਚਾਉਣਾ। ਸੋ ਉਹ ਕਿਰਤ ਤਾਂ ਉਹੀ ਸੀ, ਪਰ ਉਹਦੇ ਵਿੱਚ ਉਹ ਹੈ ਕਿ ਉਹ ਗੁਰੂ ਦੇ ਸਿੱਖ ਵਾਂਗੂ ਉਹਨੇ ਕਿਰਤ ਨਿਭਾਈ। ਇੱਥੇ ਆ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਜਾਂਦੀਆਂ। ਹੁਣ ਜਿਹੜੀ ਅਗਲੀ ਗੱਲ ਆਉਂਦੀ ਆ, ਜਦੋਂ ਅਸੀਂ ਆਪਣੇ ਵੱਲੋਂ ਸਭ ਕੁਝ ਸਹੀ ਕਰ ਰਹੇ ਹਾਂ, ਅਸੀਂ ਗੁਰੂ ਦਾ ਗਿਆਨ ਲੈ ਕੇ ਵੀ ਚੱਲ ਰਹੇ ਹਾਂ ਔਰ ਆਪਣੇ ਵੱਲੋਂ ਅਸੀਂ ਸਮਝ ਕੇ ਚੱਲ ਰਹੇ ਹਾਂ ਕਿ ਮੈਂ ਆਪਣੇ ਗੁਰੂ ਦੇ ਗਿਆਨ ਦੇ ਹਿਸਾਬ ਨਾਲ, ਜਿਸ ਤਰੀਕੇ ਨਾਲ ਮੇਰਾ ਗੁਰੂ ਮੈਨੂੰ ਕਹਿੰਦਾ, ਮੈਂ ਉਸ ਹਿਸਾਬ ਨਾਲ ਹੀ ਚੱਲ ਰਿਹਾ ਹਾਂ। ਔਰ ਉਹਦੇ ਬਾਵਜੂਦ ਵੀ ਅਗਰ ਕਿਤੇ ਕੁਛ ਸਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਤਾਂ ਕਿਆ ਅਸੀਂ ਇਸ ਲੈਵਲ 'ਤੇ ਹਾਂ ਕਿ ਅਸੀਂ ਉਸਨੂੰ ਇਹ ਸਮਝ ਲਈਏ ਕਿਸ ਦੋਸ਼ ਨਾ ਦੀਜੇ ਕਿਰਤ ਭਵਾਈ, ਕਿ ਕਿਸੇ ਨੂੰ ਕੋਈ ਦੋਸ਼ ਨਹੀਂ ਹੈ। ਜੋ ਮੇਰਾ ਕਰਮ ਹੋਊਗਾ, ਜੋ ਮੇਰੀ ਕਿਰਤ ਹੋਊਗੀ, ਉਹਦੇ ਵਿੱਚ ਹੀ ਮੈਂ ਘੁੰਮ ਰਿਹਾ। ਜੋ ਮੇਰੇ ਡੀਡਸ ਨੇ ਮੈਂ ਉਹਨਾਂ ਦੇ ਵਿੱਚ ਹੀ ਘੁੰਮ ਰਿਹਾ।
ਕਿਆ ਅਸੀਂ ਇਸ ਲੈਵਲ 'ਤੇ ਸੋਚ ਸਕਦੇ ਹਾਂ? ਸੰਤੋਖ ਹੈ ਸਾਨੂੰ? ਸੋ ਇਹਨਾਂ ਚੀਜ਼ਾਂ ਦੇ ਨਾਲ ਅਗਰ ਆਪਾਂ ਬੰਨ੍ਹ ਕੇ ਦੇਖਾਂਗੇ ਤਾਂ ਸਾਨੂੰ ਸਮਝ ਆਊਗੀ ਕਿ ਕਿਰਤ ਸਿਰਫ ਇੰਨਾ ਕੀ ਨਹੀਂ ਆ ਕਿ ਆਪਣੇ ਘਰੋਂ ਸਵੇਰੇ ਨਿਕਲੇ ਗਏ ਔਰ ਆਪਣੇ ਵਾਸਤੇ ਕਮਾਈ ਕਰਕੇ ਰੋਟੀ ਲੈ ਕੇ ਆ ਗਏ ਔਰ ਉਸੇ ਚੀਜ਼ ਨੂੰ ਅਸੀਂ ਕਿਰਤ ਦੇ ਨਾਲ ਜੋੜੀ ਜਾਈਏ ਕਿ ਸਿਰਫ ਜੇ ਤੁਸੀਂ ਜਾ ਕੇ ਮਿੱਟੀ ਨਾਲ ਮਿੱਟੀ ਹੁੰਦੇ ਆ ਜਾਂ ਤੁਸੀਂ ਸਾਰਾ ਦਿਨ 9 ਤੋਂ 5 ਆਪਣੀ ਡਿਊਟੀ ਕਰਦੇ ਆ ਤਾਂ ਤੁਹਾਡੀ ਕਿਰਤ ਹੋ ਗਈ। ਨਹੀਂ, ਜਦੋਂ ਜਿਹੜਾ ਪਿਲਰ ਆਉਂਦਾ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ, ਤਾਂ ਕਿਰਤ ਕਰੋ ਦੇ ਵਿੱਚ ਬਹੁਤ ਕੁਛ ਆਉਂਦਾ। ਜੋ ਵੀ ਆਪਣੀ ਕਿਰਤ ਹੋ ਰਹੀ ਹੈ, ਕਿਆ ਉਹ ਅਸੀਂ ਸੱਚ ਦੇ ਆਧਾਰ 'ਤੇ ਕਰ ਰਹੇ ਹਾਂ? ਸੱਚ ਕਦੋਂ ਆਊਗਾ? ਜਦੋਂ ਅਸੀਂ ਉਹਨੂੰ ਆਪਣੇ ਗੁਰੂ ਦੇ ਗਿਆਨ ਨੂੰ ਆਪਣਾ ਖਜ਼ਾਨਾ ਸਮਝ ਕੇ ਕੰਮ ਕਰਾਂਗੇ। ਗੁਰੂ ਦੇ ਗਿਆਨ ਨੂੰ ਆਪਾਂ ਪ੍ਰੋਟੈਕਟ ਕਰਨ ਦੀ, ਕਿਉਂਕਿ ਜਿਹੜਾ ਖਜ਼ਾਨਾ ਹੁੰਦਾ ਨਾ ਉਹ ਆਪਾਂ ਕਦੀ ਲਟਾਉਂਦੇ ਨਹੀਂ, ਖਜ਼ਾਨਾ ਅਸੀਂ ਪ੍ਰੋਟੈਕਟ ਕਰਦੇ ਹਾਂ। ਗੁਰੂ ਦੇ ਗਿਆਨ ਨੂੰ ਖਜ਼ਾਨੇ ਵਾਂਗੂ ਆਪਣੇ ਅੰਦਰ ਪ੍ਰੋਟੈਕਟ ਕਰਕੇ ਤਾਂ ਆਪਣੇ ਹਰ ਇੱਕ ਕਰਨੀ ਦੇ ਵਿੱਚ, ਹਰ ਇੱਕ ਕਿਰਤ ਦੇ ਵਿੱਚ ਉਸ ਗਿਆਨ ਨੂੰ ਆਧਾਰ ਬਣਾ ਕੇ ਅਗਰ ਆਪਾਂ ਕੰਮ ਕਰਦੇ ਹਾਂ ਫਿਰ ਉਹ ਕਿਰਤ ਬਣਦੀ ਆ। ਹੁਣ ਇਸੇ ਦੀ ਜਿਹੜੀ ਅਗਲੀ ਗੱਲ ਆ ਉਹ ਹੈ ਕਿ ਇਹ ਸਾਰਾ ਕੁਛ ਵੀ ਹੋ ਗਿਆ। ਅਸੀਂ ਆਪਾਂ ਗੁਰੂ ਮਹਾਰਾਜ ਨੇ ਸਾਨੂੰ ਦੱਸਤਾ ਕਿ ਤੁਹਾਡਾ ਜਨਮ ਹੋਇਆ, ਜਿਸ ਸੰਜੋਗੀ ਤੁਹਾਡਾ ਜਨਮ ਹੋ ਗਿਆ ਉਸ ਤੋਂ ਬਾਅਦ ਜੋ ਤੁਸੀਂ ਕਿਰਤ ਕਰੋਗੇ ਆਪਣੀਆਂ ਤੁਸੀਂ ਕਮਾਈ ਕਰਦੇ ਜਾਓਗੇ ਔਰ ਉਸੇ ਕਮਾਈ ਦੇ ਆਧਾਰ ਦੇ ਉੱਤੇ ਅਗਲੀ ਲਾਈਫ ਤੁਹਾਡੀ ਡਿਸਾਈਡ ਹੁੰਦੀ ਜਾਊਗੀ। ਹੁਣ ਭਾਈ ਗੁਰਦਾਸ ਸਾਨੂੰ ਇੱਕ ਹੋਰ ਚੀਜ਼ ਦੱਸਦੇ ਆ। ਉਹ ਕਹਿੰਦੇ ਨੇ ਅੱਖੀਂ ਮੂੰਹ ਨੱਕ ਕੰਨ ਦੇ ਹੱਥ ਪੈਰ ਸਭ ਦਾਤ ਸੋ ਤਿੱਸੇ, ਕਿ ਉਸ ਪਰਮਾਤਮਾ ਨੇ ਅੱਖੀਂ ਮੂੰਹ ਨੱਕ ਕੰਨ ਹੱਥ ਪੈਰ ਸਭ ਦਿੱਤੇ। ਅੱਖੀਂ ਦੇਖੇ ਰੂਪ ਰੰਗ ਸ਼ਬਦ ਸੁਰਤ ਮੂੰਹ ਕੰਨ ਸਿਰਸੇ, ਨੱਕ ਵਾਸ ਹੱਥੀ ਕਿਰਤ ਪੈਰੀ ਚੱਲਣ ਪਲ ਪਲ ਖੀਸੇ, ਕਿ ਨੱਕ ਦੇ ਨਾਲ ਅਸੀਂ ਸਮੈਲ ਕਰ ਸਕਦੇ ਹਾਂ, ਹੱਥ ਦੇ ਨਾਲ ਜਿਹੜੀ ਅਸੀਂ ਕਿਰਤ ਦੀ ਦੁਹਾਈ ਦਿੰਦੇ ਹਾਂ ਹੱਥ ਨਾਲ ਅਸੀਂ ਕਰ ਸਕਦੇ ਹਾਂ। ਅਸੀਂ ਆਪਣੇ ਬਹੁਤਾਤ ਦੇ ਹਰ ਇੱਕ ਤਰ੍ਹਾਂ ਦੀ ਡੀਡ ਜਿਹੜੀ ਅਸੀਂ ਆਪਣੇ ਹੱਥਾਂ ਨਾਲ ਕਰਦੇ ਹਾਂ। ਪੈਰ ਸਾਨੂੰ ਤੁਰਨ ਦੇ ਲਈ ਫੈਸਿਲੀਟੇਟ ਕਰਦੇ ਆ। ਵਾਲ ਦੰਦ ਮੂੰਹ ਰੋਮ ਸਾਸ ਗਰਾਸ ਸਮਾਲ ਸਲੀਸੇ, ਸਾਦੀ ਲੱਭੇ ਸਾਹਿਬੋ ਤਿਸਤੋ ਸੰਮਲ ਸੋਵੇਂ ਹਿੱਸੇ, ਲੂਣ ਪਾਏ ਕਰ ਆਏ ਮਿੱਸੇ। ਹੁਣ ਉਹ ਕਹਿੰਦੇ ਨੇ ਕਿ ਇਹ ਸਾਰਾ ਕੁਛ ਉਸ ਪਰਮਾਤਮਾ ਨੇ ਦਿੱਤਾ ਔਰ ਫਿਰ ਵੀ ਸਾਦੀ ਲੱਭੇ ਸਾਹਿਬੋ ਤਿਸਤੂ ਸਮਾਲ ਸੌਵੇਂ ਹਿੱਸੇ, ਕਿ ਜਿਸ ਨੇ ਤੈਨੂੰ ਸਾਰਾ ਕੁਝ ਦਿੱਤਾ ਉਹਨੂੰ 100ਵੇਂ ਹਿੱਸੇ ਤਾਂ ਯਾਦ ਕਰ ਕਿ ਆਪਣੇ ਪੂਰੇ ਸਮੇਂ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ 100ਵਾਂ ਹਿੱਸਾ ਤਾਂ ਉਹਦੇ ਲੇਖੇ ਲਾ ਕਮ ਸੇ ਕਮ। ਔਰ ਅਗਰ ਆਪਾਂ ਉਹ ਵੀ ਨਹੀਂ ਲਾ ਸਕਦੇ ਤਾਂ ਫਿਰ ਤਾਂ, ਕਿਉਂਕਿ ਫਿਰ ਗਿਆਨ ਉਹਨੂੰ ਹੀ ਮੈਡੀਟੇਟ ਕਹਿ ਦਿੱਤਾ ਜਾਂਦਾ। ਅੱਜ ਦੀ ਦੁਨੀਆ ਦੇ ਵਿੱਚ ਉਹਨੂੰ ਹੀ ਮੈਡੀਟੇਟ ਕਹਿ ਦਿੰਦੇ ਆ ਕਿ ਆਪਣੇ ਆਪ ਮੈਡੀਟੇਟ ਕਰੋ, ਤੁਸੀਂ ਰਿਲੈਕਸ ਫੀਲ ਕਰੋਗੇ। ਉਹ ਬੇਸਿਕਲੀ ਕੀ ਆ ਕਿ ਜਿਸ ਨੇ ਸਾਰਾ ਕੁਝ ਸਾਨੂੰ ਦਿੱਤਾ ਅਸੀਂ ਉਹ ਸਾਰੇ ਨੂੰ ਆਪਣੀ ਕੌਨਸ਼ੀਅਸ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਉਸ ਤੋਂ ਬਾਅਦ ਜਦੋਂ ਅਸੀਂ ਇਸ ਤਰੀਕੇ ਨਾਲ ਆਪਣੀ ਕਿਰਤ ਨੂੰ ਗੁਰੂ ਦੇ ਗਿਆਨ ਦੇ ਨਾਲ ਜੋੜਨਾ ਸ਼ੁਰੂ ਕਰ ਦਾਂਗੇ, ਜਦੋਂ ਅਸੀਂ ਆਪਣੀ ਕਿਰਤ ਦੇ ਵਿੱਚ ਗੁਰੂ ਦਾ ਗਿਆਨ ਲੈ ਕੇ ਆਉਣਾ ਸ਼ੁਰੂ ਕਰ ਦਾਂਗੇ ਔਰ ਜਿਸ ਚੀਜ਼ ਦੇ ਨਾਲ ਅਸੀਂ ਉਹ ਕਿਰਤ ਨੂੰ ਸੰਭਵ ਕਰ ਪਾ ਰਹੇ ਹਾਂ, ਅੱਖ ਨੱਕ ਕੰਨ ਹੱਥ ਪੈਰ, ਔਰ ਉਸ ਨੂੰ ਬਣਾਉਣ ਵਾਲੇ ਦੇ ਜਦੋਂ ਅਸੀਂ ਸ਼ੁਕਰਗੁਜ਼ਾਰ ਹੋ ਜਾਵਾਂਗੇ, ਬੇਸਿਕ ਚੀਜ਼ਾਂ ਲਈ ਜਦੋਂ ਅਸੀਂ ਸ਼ੁਕਰਗੁਜ਼ਾਰ ਹੋ ਜਾਵਾਂਗੇ, ਫਿਰ ਅਸੀਂ ਇਸ ਲੈਵਲ 'ਤੇ ਪਹੁੰਚਾਂਗੇ ਜਿੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਡੰਦਾ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਕਿ ਕਿਰਤ ਉਹ ਜਿਹੜੀ ਧਰਮ ਵਾਲੀ ਕਿਰਤ ਕਰਕੇ ਜਿਹੜਾ ਗੁਰਸਿੱਖ ਹੈ ਉਹ ਆਉਂਦਾ ਔਰ ਉਹਨੂੰ ਪ੍ਰਸਾਦ ਦੇ ਰੂਪ ਦੇ ਵਿੱਚ ਦੇਖਦਾ। ਹੁਣ ਉਹ ਪ੍ਰਸਾਦ ਕਿੱਦਾਂ ਹੋਇਆ? ਜੇ ਤਾਂ ਆਪਾਂ ਆਪ ਗਏ, ਅਸੀਂ ਕਰਤਾ ਸੀ, ਮੈਂ ਕਮਾਈ ਕੀਤੀ ਤਾਂ ਫਿਰ ਤਾਂ ਹੋ ਗਈ ਮੇਰੀ ਕਮਾਈ। ਪਰ ਅਗਰ ਉਹਦੇ ਵਿੱਚ ਮੈਂ ਆਪਣੇ ਗੁਰੂ ਦੇ ਗਿਆਨ ਨੂੰ ਆਧਾਰ ਬਣਾ ਕੇ ਕਮਾਈ ਕੀਤੀ ਹੈ ਤਾਂ ਫਿਰ ਉਹ ਗੁਰਪ੍ਰਸਾਦ ਹੋ ਗਿਆ। ਉਹ ਮੈਨੂੰ ਮੇਰੇ ਗੁਰੂ ਨੇ ਪ੍ਰਸਾਦ ਦਿੱਤਾ ਔਰ ਉਸ ਪ੍ਰਸਾਦ ਦੇ ਉੱਤੇ ਹੱਕ ਸੰਗਤ ਦਾ ਪਹਿਲਾਂ ਹੈ, ਮੇਰਾ ਬਾਅਦ ਵਿੱਚ ਹੈ। ਤਾਂ ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਰਤ ਹੈ ਕੀ ਆ, ਤਾਂ ਸਾਨੂੰ ਇਹ ਸਮਝ ਲੱਗੂਗੀ ਕਿ ਕਿਰਤ ਕੋਈ ਛੋਟਾ ਜਿਹਾ ਫਲਸਫਾ ਨਹੀਂ ਆ। ਕਿਰਤ ਕੋਈ ਸਿਰਫ ਇਹ ਨਹੀਂ ਆ ਕਿ ਜਾ ਕੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਕੰਮ ਕਰ ਲਓ, ਪੈਸੇ ਕਮਾ ਲਿਓ, ਸਿਰਫ ਇੰਨੀ ਕੁ ਗੱਲ ਨਹੀਂ ਆ। ਕਿਰਤ ਗੁਰਬਾਣੀ ਦੇ ਵਿੱਚ ਇੱਕ ਰੂਲ ਹੈ ਔਰ ਸਾਨੂੰ ਬਕਾਇਦਾ ਸਿੱਖ ਧਰਮ ਨੂੰ ਉਹ ਗੁਰੂ ਨਾਨਕ ਪਾਤਸ਼ਾਹ ਇਸ 'ਤੇ ਸਾਨੂੰ ਵਚਨਬੱਧ ਕਰਦੇ ਨੇ ਕਿ ਤੁਸੀਂ ਕਿਰਤ ਕਰੋਗੇ। ਔਰ ਕਿਰਤ ਕਿਹੜੀ? ਸੱਚੀ ਕਿਰਤ। ਸੱਚੀ ਕਿਰਤ ਕਿਹੜੀ? ਜਿਹੜੀ ਗੁਰੂ ਦੇ ਗਿਆਨ ਦੇ ਨਾਲ ਚੱਲੇ। ਗੁਰੂ ਦੇ ਗਿਆਨ ਤੋਂ ਬਾਹਰ ਅਗਰ ਅਸੀਂ ਕਿਰਤ ਕਰ ਰਹੇ ਤਾਂ ਉਹ ਕਿਰਤ ਨਹੀਂ ਆ, ਉਹ ਸਿਰਫ ਉਹ ਤੁਹਾਡੇ ਪੈਸੇ ਇਕੱਠੇ ਕਰਨ ਦਾ ਇੱਕ ਜੁਗਾੜ ਤਾਂ ਹੈ, ਪਰ ਉਹ ਕਿਰਤ ਨਹੀਂ ਹੈ।
ਗੁਰਬਾਣੀ ਦੇ ਅਨੁਸਾਰ। ਸੋ ਇਹ ਸੀਗਾ ਅੱਜ ਦਾ ਕਿਰਤ ਦੇ ਉੱਤੇ ਜਿਹੜੀ ਡਿਸਕਸ਼ਨ। ਟੌਪਿਕ ਬੜਾ ਕੰਪਲੀਕੇਟਡ ਸੀਗਾ ਕਿਰਤ ਦਾ, ਤਾਂ ਹੋ ਸਕਦਾ ਕਿ ਮੇਰੀਆਂ ਕੁਛ ਗੱਲਾਂ ਕਨਫਿਊਜ਼ਿੰਗ ਵੀ ਲੱਗੀਆਂ ਹੋਣ, ਕੰਪਲੀਕੇਟਡ ਵੀ ਲੱਗੀਆਂ ਹੋਣ, ਬਟ ਜਿਵੇਂ ਦਾ ਵੀ ਤੁਹਾਨੂੰ ਇਹ ਲੱਗਾ ਔਰ ਇਹਦੇ 'ਚ ਤੁਹਾਨੂੰ ਅਗਰ ਕਿਤੇ ਵੀ ਲੱਗਦਾ ਕਿ ਮੈਂ ਕੁਛ ਗਲਤ ਬੋਲਿਆ ਜਾਂ ਇਹਦੇ 'ਚ ਕੁਛ ਇੰਪਰੂਵਮੈਂਟ ਹੋਣੀ ਚਾਹੀਦੀ ਸੀਗੀ, ਤਾਂ ਤੁਸੀਂ ਮੈਨੂੰ ਜ਼ਰੂਰ kirdarekhalsa@akalchannel.tv ਦੇ ਉੱਤੇ ਲਿਖ ਕੇ ਈਮੇਲ ਜ਼ਰੂਰ ਕਰੋ। ਮੈਂ ਇਹਦੇ ਵਿੱਚ ਸੋਧ ਕਰਨ ਦੀ ਹੋਰ ਕੋਸ਼ਿਸ਼ ਕਰੂੰਗੀ। ਬਾਕੀ ਆਪਣੇ ਵਿਚਾਰ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ। ਤੁਹਾਡੇ ਸਵਾਲ, ਤੁਹਾਡੇ ਈਮੇਲਸ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਕ ਅਗਲਾ ਪਹਿਲੂ ਲੈ ਕੇ ਫਿਰ ਤੋਂ ਮਿਲਦੇ ਹਾਂ। ਅੱਜ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।